स्वामी जी राधा स्वामी। हाँ जी शुरू करो। बाणी परम संत सतगुरु हुजूर स्वामी जी महाराज। बचन 13 पहचान पूरे गुरु की। शब्द तीसरा। तोखा मत खाना जग आए प्यारे। तोखा मत खाना जग आए। तोखा मत खाना जग आए प्यारे। तोखा मत खाना जग आए। राधा स्वामी राधा स्वामी। ये बाणी परम संत सतगुरु हजूर स्वामी जी महाराज जी की है। अलग अलग प्रकरण ने। इस तो पिछला शब्द जिहड़ा सी मैं देख रहा कि उन्होंने फरमाया कि वर्णन महात्म भगती का, पहचान पूरे गुर की। ਉਹਦੇ ਵਿੱਚ ਸਾਨੂੰ अलग अलग प्रकरण ਦੇ ਵਿੱਚ अलग अलग ਤਰ੍ਹਾਂ ਦਾ ਸੰਦੇਸ਼ ਦਿੱਤਾ ਹੈ। ਜਿਸ ਤਰ੍ਹਾਂ ਸੰਸਾਰ ਦੇ ਵਿੱਚ ਚੱਲਦਿਆਂ ਬੱਚੇ ਨੂੰ ਕਈ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇੱਕ ਖਾਣ ਪੀਣ ਦੀ ਹੁੰਦੀ ਹੈ ਕਿ ਕਿਸ ਤਰ੍ਹਾਂ ਖਾਣਾ ਪੀਣਾ ਹੈ, ਬੈਠਣਾ ਹੈ, ਕਿਸ ਤਰ੍ਹਾਂ ਬੋਲਣਾ ਹੈ, ਗੱਲਬਾਤ ਕਰਨੀ ਹੈ, ਕਿਸ ਤਰ੍ਹਾਂ ਸੰਸਾਰ ਦੇ ਵਿੱਚ ਚੱਲਣਾ ਹੈ। ਜਿਸ ਤਰ੍ਹਾਂ ਅਲੱਗ ਅਲੱਗ ਦੱਸਦੇ ਹਾਂ ਕਿ ਚੱਲਣਾ ਹੈ ਸੜਕ ਦੇ ਉੱਤੇ ਅਤੇ ਖੱਬੇ ਪਾਸੇ ਚੱਲਣਾ ਹੈ। ਇਸ ਤਰ੍ਹਾਂ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ। ਅੱਜ ਦੇ ਬਚਨ ਦੇ ਵਿੱਚ ਕਿ ਜਿਹੜੀ ਚੀਜ਼ ਸਾਨੂੰ ਸਮਝਾਉਣਾ ਚਾਹ ਰਹੇ ਨੇ ਉਹ ਬੜੀ ਸਪਸ਼ਟ ਆ। ਅਤੇ ਜਿਹੜੀ ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਜਦੋਂ ਦਾ ਇਹ ਸੰਸਾਰ ਬਣਿਆ ਹੈ ਗੁਰੂ ਵੀ ਆ ਰਿਹਾ ਹੈ ਅਤੇ ਚੇਲਾ ਵੀ ਆ ਰਿਹਾ ਹੈ। ਅਤੇ ਲਗਾਤਾਰ ਜੋ ਵੀ ਘਟਨਾਵਾਂ ਘਟ ਰਹੀਆਂ ਨੇ ਉਹਨਾਂ ਦਾ ਵਰਣਨ ਉਹ ਆਪਣੀ ਬਾਣੀ ਦੇ ਵਿੱਚ ਕਰਦੇ ਨੇ। ਬੜੇ ਧਿਆਨ ਨਾਲ ਬੇਨਤੀ ਹੈ ਕਿ ਧਿਆਨ ਦੇ ਕੇ ਅਸੀਂ ਸਾਰੇ ਜਣੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਕਿਉਂਕਿ ਕੀ ਕਾਰਨ ਜਿਹੜੇ ਹੁੰਦੇ ਨੇ ਕਿ ਭਗਤੀ ਦੇ ਵਿੱਚ ਪਰਮਾਰਥ ਦੇ ਵਿੱਚ ਸਾਡੀ ਤਰੱਕੀ ਨਹੀਂ ਹੁੰਦੀ। ਔਰ ਜਿਹੜੇ ਬੰਧਨ ਨੇ ਉਹ ਕੋਈ ਅੱਜ ਦੇ ਨਹੀਂ ਹੈ। ਜਿਸ ਤਰ੍ਹਾਂ ਹੁਣ ਅੱਜ ਸਤਿਗੁਰਾਂ ਦਾ ਵਚਨ ਆਇਆ ਹੈ, ਬੜੇ ਧਿਆਨ ਨਾਲ ਸੁਣਨਾ। ਔਰ ਜਿਸ ਤਰ੍ਹਾਂ ਮੈਂ ਕਈ ਵਾਰੀ ਕਿਹਾ ਹੈ ਕਿ ਜਿਸ ਤਰ੍ਹਾਂ ਹੁਕਮਨਾਮਾ ਲਿਆ ਜਾਂਦਾ ਸ਼੍ਰੀ ਦਰਬਾਰ ਸਾਹਿਬ ਤੋਂ, ਅਤੇ ਕਈ ਵਾਰੀ ਮੈਂ ਦੇਖਦਾ ਕਿ ਕਈ ਬੱਚੇ ਦੱਸਣਗੇ ਜਿਹੜੇ ਬਾਣੀ ਨਾਲ ਜੁੜੇ ਨੇ, ਉਹ ਕਹਿੰਦੇ ਆ ਕਿ ਕਈ ਵਾਰੀ ਸਾਡੇ ਜੋ ਸਾਡੇ ਜੀਵਨ ਚੱਲ ਰਿਹਾ ਉਸੇ ਤਰੀਕੇ ਦਾ ਹੁਕਮਨਾਮਾ ਜਿਹੜਾ ਆ ਗਿਆ ਜੀ। ਇਹ ਉਹਨਾਂ ਦੀ ਰਹਿਮਤ ਹੁੰਦੀ ਹੈ ਕਿ ਜੋ ਸਾਨੂੰ ਸੰਦੇਸ਼ ਦੇਣਾ ਚਾਹੁੰਦੇ ਨੇ ਅਤੇ ਅਸੀਂ ਉਹਨੂੰ ਸਮਝੀਏ। ਇਸੇ ਤਰ੍ਹਾਂ ਪਹਿਲਾਂ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਥੋੜ੍ਹਾ ਜਿਹਾ ਕੋਈ ਵੀ ਅਸੀਂ ਟਾਈਮ ਲੱਗਦਾ ਕਿਸੇ ਚੀਜ਼ ਦੇ ਵਿੱਚ, ਜਦੋਂ ਕਿਸੇ ਚੀਜ਼ ਨੂੰ ਸੁਣ ਰਹੇ ਹੁੰਦੇ ਹਾਂ ਜਾਂ ਦੇਖ ਰਹੇ ਹੁੰਦੇ ਹਾਂ, ਅਤੇ ਥੋੜ੍ਹੀ ਦੇਰ ਤਾਂ ਅਵਸਥਾ ਠੀਕ ਰਹਿੰਦੀ ਹੈ, ਜਾਗਰਤ ਰਹਿੰਦੀ ਹੈ। ਥੋੜ੍ਹੀ ਦੇਰ ਬਾਅਦ ਮਨ ਜਿਹੜਾ ਆ ਇੱਧਰ ਉੱਧਰ ਜਾਣਾ ਸ਼ੁਰੂ ਕਰਦਾ ਹੈ, ਸੁਸਤੀ ਪੈਣੀ ਸ਼ੁਰੂ ਹੋ ਜਾਂਦੀ ਹੈ, ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਅਤੇ ਕਈ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਸਮਝ ਤੋਂ ਬਾਹਰ ਹੀ ਮਤਲਬ ਰਹਿ ਜਾਂਦੀਆਂ ਨੇ। ਹੁਣ ਸਤਿਗੁਰਾਂ ਦੇ ਜੋ ਵਚਨ ਆਏ ਨੇ ਉਹਨਾਂ ਨੇ ਫਰਮਾਇਆ ਕਿ ਧੋਖਾ ਮਤ ਖਾਣਾ ਜਗ ਆਏ ਪਿਆਰੇ। ਮਨ ਤੇ ਇੱਕ ਇੱਕ ਮਿੰਟ ਤੇ ਧੋਖਾ ਦਿੰਦਾ ਹੈ, ਇੱਕ ਇੱਕ ਪਲ ਧੋਖਾ ਦਿੰਦਾ ਹੈ, ਲੇਕਿਨ ਅਸੀਂ ਗੁਰੂ ਦੇ ਅੱਗੇ ਫਰਿਆਦ ਨਹੀਂ ਕਰਦੇ, ਗੁਰੂ ਦੇ ਅੱਗੇ ਕਪਟ ਨਹੀਂ ਖੋਲ੍ਹਦੇ, ਅਸੀਂ ਚਾਤਰ ਬਣ ਜਾਂਦੇ ਹਾਂ। ਚਾਤਰ ਬਣਦੇ ਹਾਂ ਬਹੁਤ ਗੱਲਾਂ ਦੇ ਨਾਲ। ਜਿਸ ਤਰ੍ਹਾਂ ਦੁਨੀਆ ਨੂੰ ਭਰਮਾਉਂਦੇ ਹਾਂ ਇਸੇ ਤਰ੍ਹਾਂ ਹੀ ਗੁਰੂ ਨੂੰ ਭਰਮਾਉਣਾ ਚਾਹੁੰਦੇ ਹਾਂ, ਭਰਮਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸੋਚਦੇ ਹਾਂ ਕਿ ਅਸੀਂ ਬਹੁਤ ਜਿਹੜੀ ਆ ਤਰੱਕੀ ਕਰ ਰਹੇ ਹਾਂ। ਪਰ ਉਹ ਧੋਖਾ ਅਸੀਂ ਕਿਸੇ ਨੂੰ ਨਹੀਂ ਦੇ ਰਹੇ, ਉਹ ਧੋਖਾ ਅਸੀਂ ਆਪਣੇ ਆਪ ਨੂੰ ਦੇ ਰਹੇ ਹਾਂ। ਜੀਵਨ ਆ ਇਹ ਨਿਕਲਦਾ ਜਾ ਰਿਹਾ ਇੱਕ ਇੱਕ ਦਿਨ ਕਰਕੇ, ਪਲ ਪਲ ਕਰਕੇ, ਇਹਨੇ ਵਾਪਸ ਨਹੀਂ ਆਉਣਾ।
ਵਾਪਸ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਈ ਵਾਰੀ ਆਪਣੇ ਮਨ ਨੂੰ ਬੜੀਆਂ ਧਰਾਸਾਂ ਦਿੰਦੇ ਹਾਂ, ਕਦੀ ਕੁਛ ਕਦੀ ਕੁਛ, ਪਰ ਬਈ ਗੁਰੂ ਦੇ ਬਚਨ ਤੋਂ ਵੱਡਾ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਕੁਛ ਵੀ ਨਹੀਂ ਹੈਗਾ। ਹੁਣ ਜੋ ਗੁਰੂ ਦਾ ਬਚਨ ਆ ਰਿਹਾ, ਮੈਂ ਕਈ ਵਾਰੀ ਜਦੋਂ ਇਹ ਕਹਿੰਦਾ ਇਸ ਚੀਜ਼ ਨੂੰ ਵੀ ਸਮਝਣਾ, ਕਈਆਂ ਦੇ ਮਨ 'ਚ ਇਹ ਭੁਲੇਖਾ ਹੁੰਦਾ ਹੈ ਕਿ ਮੈਂ ਆਪਣੇ ਆਪ ਨੂੰ ਗੁਰੂ ਕਹਿ ਰਿਹਾ ਹਾਂ, ਕਿ ਮੈਂ ਕੋਈ ਆਪਣਾ ਗੁਰੂ ਦੀ ਗੱਲ ਮੈਂ ਕਰ ਰਿਹਾ। ਮੈਂ ਇੱਕ ਸੇਵਾਦਾਰ ਹਾਂ, ਉਹਨਾਂ ਦੀ ਡਿਊਟੀ ਵਜਾ ਰਿਹਾ ਵਾਂ, ਜੋ ਜਿਸ ਤਰ੍ਹਾਂ ਦੀ ਲਾਈ ਹੈ। ਮੇਰੀ ਜਿਹੜੀ ਬੋਲਣ ਦੀ ਇੱਕ ਡਿਊਟੀ ਹੈ, ਮੈਂ ਬੋਲ ਦਿੰਦਾ ਵਾਂ, ਪਰ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਕਿ ਬੋਲਣ ਵਾਲੀ ਇਹ ਕੋਈ ਗੱਲ ਹੈ ਨਹੀਂ ਹੈ ਇੱਥੇ ਕੋਈ। ਇਹ ਸਮਝਣ ਵਾਲੀ ਜਿਹੜੀ ਗੱਲਾਂ ਨੇ ਉਹਨੂੰ ਸਮਝੀਏ। ਬੋਲਣ 'ਚ ਕਦੀ ਆ ਹੀ ਨਹੀਂ ਸਕਦੀ ਕਿਸੇ ਤਰ੍ਹਾਂ ਦਾ, ਕਿਉਂਕਿ ਪ੍ਰੇਮ ਜਿਹੜਾ ਆ ਇਹ ਕਿਹੜੀ ਐਸੀ ਚੀਜ਼ ਹੈ ਕਿ ਜਿਹੜੀ ਕੋਈ ਬੋਲ ਕੇ ਕੋਈ ਸਮਝਾ ਸਕੇ ਕਿ ਮੈਂ ਤੁਹਾਨੂੰ ਬਹੁਤ ਪ੍ਰੇਮ ਕਰਦਾ, ਤੇ ਜਾਂ ਕੋਈ ਇਸ ਤਰ੍ਹਾਂ। ਪ੍ਰੇਮ ਤੇ ਕੋਈ ਸਮਝ 'ਚ ਜਾਂ ਬੋਲਣ ਵਾਲੀ ਗੱਲ ਹੀ ਨਹੀਂ ਹੈਗੀ। ਤੇ ਉਹਨਾਂ ਨੂੰ ਵਚਨਾਂ ਨੂੰ, ਜਿਹੜਾ ਹੁਣ ਵੀ ਇੱਕ ਹੋਰ ਸ਼ਬਦ ਬੋਲਿਆ ਸੀ ਕਿ ਮੈਂ ਉੱਡ ਕੇ ਗੁਰਾਂ ਨੂੰ ਮਿਲੀਏ, ਪਰ ਵਿਕਦੇ ਹੁਣ ਵਿਚਾਰੀ, ਪਰ ਵਿਕਦੇ ਹੁਣ ਵਿਚਾਰੀ। ਜੇ ਪਰ ਮਤਲਬ ਵਿਕਦੇ ਹੋਣ ਤੇ ਮੈਂ ਉੱਡ ਕੇ ਗੁਰੂ ਨੂੰ ਮਿਲਾਂ। ਮੈਂ ਕਈ ਵਾਰੀ ਕਹਿੰਦਾ ਨਾ, ਠੀਕ ਹੈ, ਸਤਿਗੁਰਾਂ ਦੇ ਉਸ ਸਤਸੰਗ ਦੇ ਵਿੱਚ ਅਸੀਂ ਬੈਠਦੇ ਸੁਣਦੇ ਹਾਂ, ਬੜੀ ਵਾਰੀ ਸੀ, ਉਹ ਪਰ ਕਿਹੜੇ ਨੇ, ਕਿਹੜੇ ਪਰ ਨੇ ਜਿਹਦੇ ਨਾਲ ਅਸੀਂ ਉੱਡ ਕੇ ਗੁਰੂ ਨੂੰ ਮਿਲਣਾ ਹੈ? ਕੋਈ ਇੱਲ ਦੇ, ਬਾਜ ਦੇ, ਕੋਈ ਮੋਹਰਾਂ ਦੇ ਪਰ ਲਾਵਾਂਗੇ ਅਸੀਂ? ਪਿੱਛੇ ਵੀ ਇੱਕ ਸਵਾਮੀ ਜੀ ਦੇ ਬਚਨ ਆਏ ਸੀ ਕਿ ਪ੍ਰੇਮ ਪੰਖ ਲੈ ਉਡੋ ਆਕਾਸ਼ਾ, ਕਿ ਜੇ ਤੁਸੀਂ ਉੱਡਣਾ ਚਾਹੁੰਦੇ ਹੋ, ਗੁਰੂ ਨਾਲ ਮਿਲਣਾ ਚਾਹੁੰਦੇ ਹੋ, ਤਾਂ ਉਹਨਾਂ ਨੇ ਕਿਹਾ ਪ੍ਰੇਮ ਪੰਖ ਲੈ ਉਡੋ ਆਕਾਸ਼ਾ। ਪ੍ਰੇਮ ਦੇ ਪੰਖਾਂ ਦੇ ਨਾਲ ਤੁਸੀਂ ਉੱਡ ਕੇ ਤੇ ਉਸ ਆਕਾਸ਼ ਦੇ ਵਿੱਚ ਉਡਾਰੀਆਂ ਲਾ ਸਕਦੇ ਹੋ, ਹੋਰ ਕੋਈ ਪੰਖ ਨਹੀਂ ਹੈਗੇ। ਇਸ ਕਰਕੇ ਹਰ ਵਾਰੀ ਇੱਕੋ ਹੀ ਬੇਨਤੀ ਕਰਦਾ ਰਹਿੰਦਾ ਕਿ ਧਿਆਨ ਦਈਏ, ਧਿਆਨ ਦਈਏ, ਗਹਿਰਾਈ 'ਚ ਜਾਈਏ, ਗਹਿਰਾਈ 'ਚ ਜਾਈਏ। ਕੋਈ ਵੀ ਗੱਲਬਾਤ ਹੋਵੇ, ਕਿਤੇ ਵੀ ਹੋਵੇ, ਚਾਹੇ ਅਸੀਂ ਸ਼ਬਦ ਬੋਲ ਰਹੇ ਹਾਂ, ਚਾਹੇ ਅਸੀਂ ਕੋਈ ਕੀਰਤਨ ਸੁਣ ਰਹੇ ਹਾਂ, ਚਾਹੇ ਕੋਈ ਕਿਤੇ ਕਥਾ ਸੁਣ ਰਹੇ ਹਾਂ, ਇੱਕੋ ਚੀਜ਼ ਦੇਖੀਏ ਕਿ ਉਹਨਾਂ ਦੀ ਜੋ ਵੀ ਉਹ ਗੱਲ ਕਰ ਰਹੇ ਨੇ, ਉਹ ਗੁਰੂ ਦੇ ਬਚਨ ਦੇ ਨਾਲ ਮੇਲ ਖਾ ਰਹੀ ਹੈ ਕਿ ਨਹੀਂ ਖਾ ਰਹੀ। ਹੁਣ ਜਿਹਨਾਂ ਸਤਿਗੁਰਾਂ ਦੇ ਦਰਬਾਰ 'ਚ ਅਸੀਂ ਬੈਠੇ ਹਾਂ, ਉਹਨਾਂ ਨੇ ਬਚਨ ਇੱਥੋਂ ਤੱਕ ਬੜੇ, ਜਿਹਨੂੰ ਆਪਾਂ ਕੜਵੇ ਕਹਿ ਲੱਗਦੇ ਆ ਕਈ ਸੰਸਾਰ ਨੂੰ, ਪਰ ਉਹਨਾਂ ਨੇ ਫਰਮਾਏ, ਕਿਉਂਕਿ ਉਹਨਾਂ ਨੇ ਬਚਨ ਸੀ ਸੰਤਾਂ ਕਿ ਸੰਤ ਹੀ ਸੱਚ ਬੋਲ ਸਕਦੇ ਨੇ, ਹੋਰ ਕਿਸੇ ਦੀ ਜ਼ਰੂਰਤ ਨਹੀਂ ਹੈ ਬੋਲ ਜਾਵੇ। ਤੇ ਉਹਨਾਂ ਨੇ ਫਰਮਾਉਣਾ ਇੱਥੋਂ ਤੱਕ ਕਿਹਾ ਕਿ ਬਾਈ ਕੋਈ ਸਭ ਨੂੰ ਨਮਸਕਾਰ ਹੈ, ਸਭ ਨੂੰ ਨਮਸਕਾਰ ਹੈ, ਲੇਕਿਨ ਉਹਨਾਂ ਨੇ ਕਿਹਾ ਕਿ ਜੇ ਕੋਈ ਬਚਨ ਜਾਂ ਬਾਣੀ ਮੇਰੇ ਗੁਰੂ ਦੇ ਬਚਨਾਂ ਦੇ ਨਾਲ ਮੇਲ ਖਾਂਦੀ ਏ ਤੇ ਉਹ ਸਹੀ ਏ, ਨਹੀਂ ਤੇ ਮੈਂ ਕਿਸੇ ਨੂੰ ਨਹੀਂ ਮੰਨਦਾ, ਨਹੀਂ ਤੇ ਉਹ ਗਲਤ ਹੈ। ਅਸੀਂ ਐਵੇਂ ਘੁੰਮੀ ਜਾਂਦੇ ਹਾਂ, ਜਿਸ ਤਰ੍ਹਾਂ ਉਹ ਕਹਿੰਦਾ ਕਿ ਇੱਕ ਤੇ ਮਸਤਾਨੇ ਹੁੰਦੇ ਨੇ ਕਿ ਜਿਹੜੇ ਸਤਿਗੁਰਾਂ ਦੀ ਦਇਆ ਦੇ ਨਾਲ ਉਹ ਅੰਦਰ ਉਹ ਮਸਤੀ ਆਈ ਹੁੰਦੀ ਉਹ, ਤੇ ਇੱਕ ਭੰਗ ਪੀ ਕੇ ਐਵੇਂ ਸਿਰ ਮਾਰੀ ਜਾਂਦੇ ਆ, ਤੇ ਜੇ ਮਸਤਾਨੇ ਆ ਜੀ, ਭੰਗ ਵਾਲੇ ਮਸਤਾਨੇ ਨਹੀਂ ਬਣਨਾ, ਭੰਗ ਖਾ ਕੇ ਮਸਤਾਨਾ। ਗੁਰੂ ਦੀ ਮਸਤੀ ਹੋਵੇ, ਚਾਹੇ ਕਿਣਕਾ ਮਾਤਰ ਵੀ ਮਿਲ ਗਈ, ਤੇ ਬਈ ਇਹਦਾ ਕੁਛ ਨਾ ਕੁਛ ਰੰਗ ਛੜੇਗਾ। ਕੋਈ ਗੱਲਾਂ ਦੇ ਨਾਲ ਕੋਈ ਇਹ ਚੀਜ਼ ਨਹੀਂ ਲੰਘਣੀ ਹੈਗੀ। ਇਸ ਕਰਕੇ ਜੋ ਉਹਨਾਂ ਦੇ ਬਚਨ ਨੇ ਉਹਨਾਂ ਨੂੰ ਧਿਆਨ ਦਈਏ। ਜਿਹੜੇ ਉਹਨਾਂ ਨੇ ਕਿਹਾ ਕਿ ਪ੍ਰੇਮ ਨੂੰ ਕਮਾਉਣਾ, ਹੱਡਾਂ ਨੂੰ ਰੋਗ ਲਾਉਣਾ, ਜੇ ਇਹ ਚੀਜ਼ ਮਨਜ਼ੂਰ ਆ ਤੇ ਫਿਰ ਅਸੀਂ ਇਸ ਰਸਤੇ ਦਾ, ਹਾਂ ਨਹੀਂ ਤੇ ਧੀਆਂ ਪੁੱਤਰ, ਪੈਸਾ, ਤੰਦਰੁਸਤੀਆਂ ਲੈਣ ਤੇ ਅਸੀਂ ਆ ਹੀ ਰਹੇ ਹਾਂ। ਹਰ ਕੋਈ ਕਿਤੇ ਨਾ ਕਿਤੇ ਜਾ ਰਿਹਾ। ਮੈਂ ਕਈ ਵਾਰੀ ਦੱਸਦਾ ਕਿ ਬਈ ਉਹਨਾਂ ਨੇ ਫਰਮਾਇਆ ਕਿ ਕੋਈ ਕਰੋੜਾਂ 'ਚ ਕੋਈ ਇੱਕ, ਕੋਈ ਦੋ ਸਿੱਖ ਹੁੰਦੇ ਨੇ ਕਿ ਜਿਨ੍ਹਾਂ ਨੂੰ ਉਹ ਚਾਅ ਹੁੰਦਾ ਹੈ, ਨਹੀਂ ਤੇ ਆਪਾਂ ਸੰਸਾਰੀ ਜੀਵਨ ਵਾਸਤੇ ਹੀ ਇਹੋ ਹੀ ਕਰਦੇ ਰਹਿੰਦੇ ਹਾਂ ਕਿ ਮੇਰਾ ਆਹ ਮਿਲ ਜੇ, ਉਹ ਹੋ ਜੇ, ਆਹ ਹੋ ਜੇ, ਬਸ ਇਹੋ ਹੀ ਚੀਜ਼ਾਂ ਮੰਗਣ ਆਉਂਦੇ। ਨਹੀਂ ਹੈ ਤੇ ਇਹ ਵੀ ਮੰਗੀਏ ਤੇ ਬੜੀ ਖੁੱਲ੍ਹ ਕੇ ਮੰਗੀਏ, ਕੋਈ ਡਰਨ ਦੀ ਕਿਹੜੀ ਗੱਲ ਹੈ। ਗੁਰਮਈ ਤੇ ਸਾਨੂੰ ਨਹੀਂ ਇਹ ਕਹਿੰਦੇ ਕਿ ਨਹੀਂ ਵਿਆਹ ਜਾਓ। ਉਹਨਾਂ ਨੇ ਇੱਕ ਸਤਸੰਗ ਦੇ ਵਿੱਚੋਂ ਜਿਹੜੇ ਉਹਨਾਂ ਦੇ ਬਚਨ ਆਉਂਦੇ ਨੇ ਫਰਮਾ ਦਿੰਦੇ ਨੇ। ਉਸ ਤੋਂ ਇਲਾਵਾ ਸਾਨੂੰ ਕਦੀ ਬੰਦਿਸ਼ ਨਹੀਂ ਲਗਾਈ ਉਹਨਾਂ ਨੇ ਕਿ ਨਹੀਂ ਤੁਸੀਂ ਇਹ ਕਰੋ, ਕਿਉਂਕਿ ਜ਼ਬਰਦਸਤੀ ਵਾਲਾ, ਜ਼ੋਰ ਜ਼ਬਰਦਸਤੀ ਵਾਲਾ ਜਾਂ ਕੋਈ ਇਹ ਮਾਰਗ ਨਹੀਂ ਹੈਗਾ। ਮੈਨੂੰ ਕੱਲ੍ਹ ਵੀ ਕੋਈ ਸੇਵਾਦਾਰ ਕੋਈ ਗੱਲ ਕਰ ਰਹੇ ਸੀ ਕਿਸੇ ਤਰ੍ਹਾਂ ਦੀ, ਕੋਈ ਬੱਚੇ ਬੈਠੇ, ਤੇ ਉਹ ਮੈਂ ਗੱਲ ਕਰ ਰਿਹਾ ਸੀ ਕਿ ਇਹ ਸਖਤਾਈ ਨਹੀਂ। ਜਦੋਂ ਮੈਂ ਆਹ ਗੱਲ ਕਹਿੰਦਾ ਕਿ ਆਹ ਜਿਹੜੀ ਚੀਜ਼ਾਂ, ਕਿਉਂਕਿ ਦੁੱਖ ਹੁੰਦਾ ਉਸ ਚੀਜ਼ਾਂ ਦਾ ਦੇਖ ਕੇ ਕਿ ਸਾਨੂੰ, ਜਿਸ ਤਰ੍ਹਾਂ ਮੈਂ ਪਿੱਛੇ ਉਸ ਦਿਨ ਸੱਸ ਨੇ ਕਿਹਾ ਸੀ ਕਿ ਦੋ ਚੀਜ਼ਾਂ ਸੀ ਕਿ ਜਾਂ ਤੇ ਸਾਨੂੰ ਸਮਝ ਨਹੀਂ ਆਉਂਦੀ ਤੇ ਜਾਂ ਸਾਨੂੰ ਸਾਰਿਆਂ ਨੂੰ ਸ਼ਰਮ ਨਹੀਂ ਆਉਂਦੀ। ਦੋ ਹੀ ਚੀਜ਼ਾਂ ਨੇ, ਜਾਂ ਤੇ ਸਮਝ ਨਹੀਂ ਆਉਂਦੀ, ਗੱਲ ਸਮਝ ਨਹੀਂ ਆਉਂਦੀ ਤੇ ਬਈ ਆਪਾਂ ਬਾਰ-ਬਾਰ ਉਹਨਾਂ ਯਤਨ ਕਰਕੇ ਪੁੱਛੀਏ, ਕਰੀਏ ਜਿਹੜੀ ਹੈਗੀ ਹੈ, ਤੇ ਜਿਹੜਾ ਬੇਸ਼ਰਮ ਹੋ ਗਿਆ ਉਹਦੇ ਵਾਸਤੇ ਤੇ ਕੋਈ ਗੱਲ ਹੀ ਨਹੀਂ ਹੈਗੀ, ਫਿਰ ਕੋਈ ਗੱਲ ਨਹੀਂ ਹੈਗੀ ਉਹਦੇ ਵਾਸਤੇ। ਇਹ ਮੈਂ ਕਿਉਂ ਕਹੀ ਸੀ ਉਸ ਦਿਨ ਕਿ ਜਦੋਂ ਮੈਂ ਹਾਲ ਦੇਖਦਾ ਹਾਂ ਕਿ ਉਸੇ ਵੇਲੇ
5 ਮਿੰਟ ਸਾਡੇ ਤੇ ਅਸਰ ਨਹੀਂ ਰਹਿੰਦਾ। ਜਦੋਂ ਬੈਠਦੇ ਹਾਂ ਬੜੇ ਭਗਤ ਬਣ ਕੇ ਬੜਾ ਅਸੀਂ ਗੱਲ ਕਰਦੇ ਹਾਂ, ਫਿਰ ਉਸ ਤੋਂ ਬਾਅਦ ਸਾਡੀ ਉਹੋ ਜਿਹੀ ਕੋਈ ਐਸੀ ਅਵਸਥਾ ਹੁੰਦੀ ਹੈ ਕਿ ਜਿੱਥੇ ਐਂ ਲੱਗਦਾ ਕਿ ਜਿੱਦਾਂ ਕਦੀ ਜਿਸ ਤਰ੍ਹਾਂ ਪੱਥਰ ਜਿੰਨੀ ਦੇਰ ਪਾਣੀ 'ਚ ਰਹਿੰਦਾ ਹੈ ਉਨੀ ਦੇਰ ਤੇ ਐਂ ਲੱਗਦਾ ਕਿ ਬੜਾ ਤਰ ਹੋ ਗਿਆ, ਭਿੱਜ ਗਿਆ, ਤੇ ਨਿਕਲਦਿਆਂ ਸਾਰੀਆਂ ਬਿਲਕੁਲ ਖੁਸ਼ਕ ਫੇਰਦਾ ਫਿਰ। ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹੈ ਕਿ ਬਈ ਅਸੀਂ ਆਪਣਾ ਖਿਆਲ ਅਸੀਂ ਆਪ ਰੱਖਣਾ ਹੈ। ਜੇ ਨਹੀਂ ਉਸ ਚੀਜ਼ ਦੀ ਕੋਈ ਸਮਝ ਲੱਗਦੀ ਤੇ ਬਈ ਫਿਰ ਉਹਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਹੁਣ ਗੁਰਮਤਿ ਦੀ ਜੋ ਵਚਨ ਥੋੜ੍ਹਾ ਜਿਹਾ ਸੀ, ਕਿਉਂਕਿ ਟਾਈਮ ਨੂੰ ਵੀ ਇੱਕ ਪਾਬੰਦੀ ਹੁੰਦੀ ਹੈ, ਪਰ ਮੇਨ ਜਿਹੜੀ ਚੀਜ਼ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਕਿ ਸਮਝਣਾ ਹੈ ਕਿ ਭਗਤੀ ਹੈ ਕੀ ਹੈ। ਹੁਣ ਫਰਮਾਇਆ ਕਿ ਧੋਖਾ ਮਤ ਖਾਣਾ ਜਗ ਆਏ ਪਿਆਰੇ, ਧੋਖਾ ਮਤ ਖਾਣਾ ਜਗ ਆਏ। ਸਾਨੂੰ ਅਗਾਹ ਕਰ ਰਹੇ ਨੇ। ਜਿਸ ਤਰ੍ਹਾਂ ਇੱਕ ਬੱਚਿਆਂ ਨੂੰ ਗੱਲ ਕਰੀਦੀ ਹੈ ਨਾ, ਆਪਾਂ ਘਰਦਿਆਂ ਨੂੰ ਕਰਨੇ ਕਿ ਕਾਕਾ ਧਿਆਨ ਨਾਲ ਚੱਲੀ, ਆਪਣਾ ਪਰਸ ਸੰਭਾਲ ਕੇ ਰੱਖੀ, ਆਪਣੇ ਜਿਹੜੇ ਕੱਪੜੇ ਨੇ ਬੈਗ ਨੇ ਉਹ ਚੰਗੀ ਤਰ੍ਹਾਂ ਧਿਆਨ ਰੱਖੀ ਕਿ ਬਈ ਕਿਤੇ ਚੋਰੀ ਨਾ ਹੋ ਜਾਣ, ਜਾਂ ਕੋਈ ਇਸੇ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਕੋਈ ਨੁਕਸਾਨ ਨਾ ਸਾਨੂੰ ਕੋਈ ਪਹੁੰਚਾ ਦੇ। ਕੋਈ ਟ੍ਰੇਨਾਂ 'ਚ ਸਫ਼ਰ ਕਰਦੇ ਹੁੰਦੇ ਸੀ ਅਤੇ ਮੈਨੂੰ ਯਾਦ ਹੈ ਕਿ ਇੱਕ ਗੱਲ ਸਮਝਾਇਆ ਕਿ ਨਹੀਂ ਬਈ ਕਿਸੇ ਕੋਲ ਲੈ ਕੇ ਕੁਛ ਖਾਣਾ ਨਹੀਂ ਹੈਗਾ। ਬੜਾ ਚੀਜ਼ਾਂ ਚੱਲਦੀਆਂ ਹੁੰਦੀਆਂ ਸੀ ਕਿ ਕਿਸੇ ਨੇ ਕੁਛ ਲਾਗੇ ਬੈਠ ਕੇ ਬੜੀਆਂ ਗੱਲਾਂ ਕੀਤੀਆਂ ਅੱਛੀਆਂ ਕਰਕੇ ਬਾਅਦ ਵਿੱਚ ਉਹਨੇ ਕਿਹਾ ਕਿ ਰੋਟੀ ਖੋਲ੍ਹ ਲਈ, ਰੋਟੀ ਫੁਲਕਾ ਖਾਓ, ਅਤੇ ਫੁਲਕੇ ਦੇ ਵਿੱਚ ਕੋਈ ਪਾ ਕੇ ਨਸ਼ੀਲੀ ਚੀਜ਼ ਦੇ ਦਿੱਤੀ ਅਤੇ ਬਾਅਦ 'ਚ ਲੁੱਟ ਕੇ ਲੈ ਗਏ ਸਭ ਕੁਛ। ਇਹ ਕੀ ਹੈ? ਧੋਖਾ। ਮੈਂ ਕੱਲ੍ਹ ਵੀ ਬਾਹਰ ਬੈਠਿਆਂ ਜਦੋਂ ਸੇਵਾਦਾਰ ਬੈਠ ਮੈਂ ਇਹੋ ਬੇਨਤੀ ਕਰ ਰਿਹਾ ਸੀ ਕਿ ਬਚਣਾ ਹੈ ਉਸ ਚੀਜ਼ ਤੋਂ। ਇਹ ਚੀਜ਼ ਸ਼ੁਰੂ ਤੋਂ ਚੱਲਦੀ ਆਈ ਹੈ, ਕੋਈ ਅੱਜ ਦੀ ਕੋਈ ਨਵੀਂ ਨਹੀਂ ਹੈਗੀ ਕਿ ਜੇ ਕੋਈ ਅੱਜ ਦੀ ਕੋਈ ਐਸੀ ਗੱਲ ਹੈ। ਜਿਹੜੇ ਸਤਿਗੁਰਾਂ ਦੇ ਬਚਨ ਨੇ, ਜੋ ਉਹਨਾਂ ਦੀ ਬਾਣੀ ਹੈ, ਇਹ ਕੋਈ ਅੱਜ ਤਾਂ ਨਹੀਂ ਹੁਣ ਕੋਈ ਲਿਖੀ ਜਾਂ ਕੁਛ ਆ, ਪਤਾ ਨਹੀਂ ਕਿੰਨੀ ਦੇਰ ਪਹਿਲਾਂ ਦੀ ਲਿਖੀ ਹੈ। ਉਸ ਤੋਂ ਪਹਿਲਾਂ ਦੀਆਂ ਵੀ ਕੋਈ ਬਾਣੀਆਂ ਨੇ, ਜਦੋਂ ਤੁਸੀਂ ਦੇਖਦੇ ਹਾਂ ਤਾਂ ਉਹ 'ਚ ਪਤਾ ਲੱਗਦਾ ਹੈ। ਇਹਦਾ ਮਤਲਬ ਕਿ ਇਹ ਸੰਸਾਰ ਇੱਦਾਂ ਦਾ ਹੀ ਆ, ਧੋਖਾ ਚੱਲਦਾ ਹੀ ਰਿਹਾ ਹੈ। ਪਰ ਜਿਹਨੇ ਅੱਗੇ ਚੱਲਣਾ ਹੈ, ਜਿਹਨੇ ਕੋਈ ਨਿਸ਼ਾਨੇ 'ਤੇ ਪਹੁੰਚਣਾ ਹੈ, ਉਹਨੂੰ ਚੁਕੰਨਿਆ ਹੋ ਕੇ ਰਹਿਣਾ ਪੈਂਦਾ ਹੈ। ਉਹ ਇਹ ਨਹੀਂ ਕਿ ਗੁਰੂ ਮਹਾਰਾਜ ਨੇ ਇੱਕ ਸਤਸੰਗ 'ਚ ਫਰਮਾਇਆ ਸੀ ਕਿ ਬਈ ਢਿੱਲਾ ਢਾਲਾ ਬੰਦਾ ਤੇ ਜਿਹੜਾ ਦੁਨੀਆ 'ਚ ਕਾਮਯਾਬ ਨਹੀਂ ਹੈਗਾ। ਕੋਈ ਸਿੱਧਾ ਬੰਦਾ ਹੋਵੇ ਕਿ ਕਾਮਯਾਬ, ਅਸੀਂ ਕਹਿੰਦੇ ਇਹ ਸਿੱਧਾ ਜਿਹਾ ਬੰਦਾ, ਉਹਨੂੰ ਕੋਈ ਕੁੜੀ ਨਹੀਂ ਦਿੰਦਾ, ਉਹ ਕਹਿੰਦਾ ਨਹੀਂ ਇਹਨੇ ਕੀ ਅੱਗੇ ਮਤਲਬ ਜ਼ਿੰਦਗੀ 'ਚ ਇਹਨੇ ਕਾਮਯਾਬ ਹੋਣਾ ਹੈ। ਕੋਈ ਦੁਕਾਨ ਕੋਈ ਪੈਸਾ ਮੰਗਦਾ, ਕੋਈ ਕਹਿੰਦਾ ਨਹੀਂ ਜੀ ਇਹ 'ਤੇ ਇਹਨੇ ਕੀ ਕਰਨਾ ਹੈ। ਅਤੇ ਸਤਿਗੁਰਾਂ ਦੇ ਵਚਨ ਸੀ ਕਿ ਸਿੱਧਾ ਸਾਦਾ, ਸਿੱਧੇ ਦਾ ਮਤਲਬ ਕਿ ਜਿਹੜਾ ਬਹੁਤਾ ਹੀ ਜਿਹੜਾ ਉਹ ਤਾਂ ਦੁਨੀਆ 'ਚ ਕਾਮਯਾਬ ਨਹੀਂ ਹੈਗਾ, ਅਤੇ ਬਈ ਪਰਮਾਰਥ ਦੇ ਵਿੱਚ ਵੀ ਕਰਨ ਵਾਸਤੇ ਸਾਨੂੰ ਥੋੜ੍ਹਾ ਬਹੁਤਾ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਵਿਚਾਰ ਕਰਨੀ ਪਏਗੀ। ਅਤੇ ਉਹਨਾਂ ਦੇ ਬਚਨ ਆਏ ਕਿ ਧੋਖਾ ਮਤ ਖਾਣਾ ਜਗ ਆਏ, ਕਿ ਜਗ 'ਚ ਇਸ ਆਏ ਆ, ਇਹ ਜੀਵਨ ਮਿਲਿਆ ਏ, ਇਸ ਦੇਹ ਦੇ ਵਿੱਚ ਆਏ ਆ, ਅਤੇ ਇਹ ਆਪਣਾ ਜਿਹੜਾ ਰਸਤਾ ਹੈ ਜਿਹੜਾ ਇਹ ਕਿਤੇ ਇਸੇ ਤਰ੍ਹਾਂ ਨਾਲ ਗਵਾ ਲੈਣਾ, ਬੜੇ ਚੁਕੰਨੇ ਹੋ ਕੇ ਇਸ ਨੂੰ ਚੱਲਣਾ। ਅਤੇ ਕਾਹਦੇ ਵਾਸਤੇ ਉਹ ਕਹਿ ਰਹੇ ਨੇ, ਉਹ ਅੱਗੇ ਸਾਰੇ ਬਚਨ ਨੇ। ਹਾਂਜੀ ਬੇਟੇ। ਧੋਖਾ ਮਤ ਖਾਣਾ ਜਗ ਆਏ ਪਿਆਰੇ, ਧੋਖਾ ਮਤ ਖਾਣਾ ਜਗ ਆਏ, ਕੋਈ ਮੀਤ ਨਾ ਜਾਣੋ ਆਪਣਾ, ਸਭ ਡਗ ਬੈਠੇ ਫਾਂਸੀ ਲਾਏ। ਹੁਣ ਦੇਖੋ ਕਿ ਬੜਾ ਮਤਲਬ ਸਾਨੂੰ ਲੱਗਦਾ ਹੈ ਇਸ ਤਰ੍ਹਾਂ ਦਾ ਕਿ ਬਈ ਜਦੋਂ ਕੋਈ ਐਸੇ ਵਚਨ ਹੁੰਦੇ ਨੇ ਤੇ ਸਾਨੂੰ ਲੱਗਦਾ ਕਿਸੇ ਦੀ ਨਿੰਦਿਆ ਹੋ ਰਹੀ ਹੈ। ਗੁਰੂ ਮਹਾਰਾਜ ਨੇ ਵੀ ਇੱਕ ਪਹਿਲੇ ਸਤਸੰਗ 'ਚ ਫਰਮਾਇਆ ਹੈ ਕਿ ਬਈ ਜੇ ਮੈਂ ਸਾਫ਼ ਤੌਰ 'ਤੇ ਕਹਾਂ ਤਾਂ ਲੋਕ ਕਹਿੰਦੇ ਨੇ ਨਿੰਦਿਆ ਕਰ ਰਹੇ ਨੇ। ਅਤੇ ਉਸ ਸਤਸੰਗ 'ਚ ਗੁਰੂ ਮਹਾਰਾਜ ਨੇ ਫਰਮਾਇਆ ਕਿ ਵੀ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਕਿਸੇ ਆਪਣੇ ਰਿਸ਼ਤੇਦਾਰ ਨਾਲ ਕੀਤੀ ਅਤੇ ਉਹਨਾਂ ਨੇ ਉਹਦੀ ਰਿਸ਼ਤੇਦਾਰੀ ਕਮਜ਼ੋਰ ਕਰ ਦਿੱਤੀ। ਠੀਕ ਹੈ ਨਾ। ਮਤਲਬ ਕਿ ਜੋ ਸੱਚ ਆ, ਅਸੀਂ ਤਾਂ ਸਾਰੇ ਮੂੰਹ ਰੱਖਵੀਆਂ ਗੱਲਾਂ ਕਰਨੀਆਂ ਨੇ ਸਾਰਿਆਂ ਦੇ ਇੱਕ ਦੂਜੇ ਦੇ ਮੂੰਹ ਦੇ ਉੱਤੇ, ਲੇਕਿਨ ਉਹਨਾਂ ਨੇ ਜੋ ਸਾਫ਼ ਹੀ ਫਰਮਾਤਾ ਕਿ ਕੋਈ ਮੀਤ ਨਾ ਜਾਣੋ ਆਪਣਾ। ਇਹ ਕਈ ਵਾਰੀ ਪਹਿਲਾਂ ਵੀ ਸਤਿਗੁਰਾਂ ਦੇ ਬਚਨ ਆਇਆ ਕਿ ਮਿੱਤਰ ਤੇਰਾ ਕੋਈ ਨਹੀਂ ਸੰਗੀਅਨ ਮੈਂ, ਕਿਉਂ ਖੋਵੇ ਇਨ ਠਗੀਅਨ ਮੈਂ। ਕਹਿੰਦੇ ਕਿ ਹੁਣ ਸਾਨੂੰ ਉਹ 'ਤੇ ਯਕੀਨ ਆਉਂਦਾ ਹੀ ਨਹੀਂ। ਸਤਿਗੁਰਾਂ ਦਾ ਸਤਸੰਗ ਸੁਣਦੇ ਹੋ 'ਚ ਕਈ ਵਾਰੀ ਗੁਰੂ ਮਹਾਰਾਜ ਦੇ ਬਚਨ ਆਏ ਨੇ, ਸੋਚੋ ਤੁਹਾਡਾ ਦੁਨੀਆ 'ਚ ਕੌਣ ਹੈ। ਪਰ ਅਸੀਂ ਸਾਰੇ ਹੀ ਇਹੋ ਸਮਝ ਬਣਾਉਣਾ ਚਾਹੁੰਦੇ ਹਾਂ, ਪਰ ਉਹ ਜਿਹੜੀ ਸੱਚਾਈ ਹੈ ਉਹ ਕਦੀ ਨਹੀਂ ਛੁਪ ਨਹੀਂ ਸਕਦੀ। ਇਸ ਕਰਕੇ ਫਰਮਾਇਆ ਕਿ ਕੋਈ ਮੀਤ ਨਾ ਜਾਣੋ ਆਪਣਾ, ਕਿ ਕੋਈ ਵੀ ਮਿੱਤਰ ਨਹੀਂ ਹੈਗਾ। ਹੁਣ ਇਹਦਾ ਮਤਲਬ ਇਹ ਕਿ ਅਸੀਂ ਬਿਲਕੁਲ ਹੀ ਹੁਣ ਉਸ ਚੀਜ਼ ਦਾ ਹੋ ਜਾਣਾ ਕਿ ਨਹੀਂ ਜੀ ਇਹ ਮਿੱਤਰ ਨਹੀਂ ਹੈ ਅਤੇ ਇਹਦਾ ਮਤਲਬ ਦੁਸ਼ਮਣ ਨੇ ਸਾਰੇ।
पर उन्होंने वो गल नहीं की। अगे उन्होंने फरमाया कि कोई मीत ना जानो अपना, सब ठग बैठे फांसी लाए। ठग ठग एक लफ्ज उन्होंने किया। मैं कल भी बार दसिया सी कि तीन तरह के लुटेरे ऐसे होंगे ने जिहड़े सानू लुटते हैं। एक डाकू होंगे ने, एक चोर होंगे ने, एक ठग होंगे ने। तो उन्होंने दसिया कि भी सब तो खतरनाक कौन है। वैसे साडे सामने जो ये तीन नाम आते हैं तो सानू डाकूआं का बड़ा एक होंदा है कि डाकू जिहड़े ने मूँह बन्ने ने, रफलां हत्थ फड़ियां ने, तो बड़ा उन्हों का। पर संतां ने उन्होंने कहा कि डाकू या चोर तो वध खतरनाक जिहड़े ठग ने, क्योंकि उन्हों का तो असीं बचाव रख लवांगे। डाकुओं को असीं समझ जावांगे कि इन्हों को हथियार ने, असीं भी हथियार घर च लाइए। चोर है वो रात को चोरी करते हैं, लाइटां बंद होंदियां ने, जो सुते हुंदे आ उहदे वास्ते असीं घर च कोई पहरा लगा दिंदे आ, लाइटां जगा के रखते हैं, कुछ ना कुछ है। पर जिहड़े ठग्गां दा गल दसी, ठग का मतलब कि ठगी ऐसे तरीके नाल वजदी है कि सानूं पता ही नहीं लगता कि असीं ठगे जा रहे हैं। असी नाल हो के, जिस तरह हुणे दसिया कि ट्रेन 'च जांदे आ जिहड़ा ठगदा है सानूं, वो पहलां अपना बन जांदा है, पहलां साडा अपना बनदा है। अपना बन के वो ऐसियां ऐसियां गल्लां करदा है, असीं उत्ते विश्वास करके अपना समान उहनूं फड़ाने, भाजी ध्यान रखिओ मैं हुणे आया यार, बस उदों काम हो जांदा है। हुण इस रस्ते दे उत्ते भी असीं कोई भी, असीं सारे ही जे देखांगे तो सारे ही किते ना किते ठगी मारन नूं तैयार रहिंदे आ। किसी एक जणे दी कोई ओहद च नहीं हैगी, मन सारिਆਂ ਦੇ अंदर ही है। हालत यही है कि अपना ही असीं मतलब देखना है, असीं किसी का नहीं। असीं सारिਆਂ ने ही उस चीज़ तो बचना है कि आसरा किहदा लैना है, गुरु के बचनों का, होर नहीं किसी तरह का। गुरु महाराज ने तो इत्थों तक फरमाया सी कि काल ऐसे ऐसी थां ते बह के दा लाउंदा है कि जिथे सानूं शक ही नहीं हुंदा, जिथे मर्जी हो सकता है। हुण जे तो गुरु के बचनों का ध्यान देवांगे तो फिर तो बड़े चौकन्ने होकर गल जिहड़ी आ हर वेले ध्यान रखांगे इस गल का। तो जे ढिले मढिले चलांगे तो फिर तो जिहड़ा हैगा ही है, फिर नहीं पता चलता। तो उन्होंने फरमाया कि कोई मीत ना जानो अपना, कोई मीत ना जानो, मतलब कि इस चीज़ तो चौकन्ने होना सी, किसी नाल दुश्मनी नहीं करनी, पर यह भी नहीं समझना कि कोई मित्र है साडा। मित्र इक्को ही है। वो कहा कि सज्जन सोई जो चलद्या नाल चलन, जिथे लेखा मंगी उत्थे हाजिर पए सन। वही एक वाहिगुरु कह लीए, उन्होंने परमात्मा कह दिए, उन्होंने गुरु कह दिए, जो मर्जी कह दिए, वो तो अलावा जे असी किते भी अपना उन्होंने करते हैं तो बई असी आप ही मार खाने, फिर असी किसी को दोष ना दईए। आप असी अपना कर रहे हैं तो फिर किसी को अपना चीज़ नहीं संभालते, फिर असीं कहने जी चोर चोर चोर, बई वो की फायदा वा। तो इस करके उन्होंने फरमाया कि बई सब ठग बैठे फांसी लाए, कि सारे ही कोई ना कोई तैयार है। जिथे भी गुरु ने जो कहा कि कदम फूक फूक के रखना है, फूक फूक के कद लिए रखना है, कि हर जगह ही वो कोई ना कोई फंदा लगा पाया है। जे तुसी बिना सोचे किते ना किते रखिया पैर, तो फंदे च तुहाडा पैर फसिया ही फसिया वा, पता ही नहीं लगना। तो फिर पता नहीं कित्थे जाके उन्हें फंदे ने तुहानूं खिंच के छड्डना है, वो समझ नहीं आनी कोई भी। हाँ जी बेटा। जब सच्चा होए चले डगर गुर, तब ही चौंके रोके आए। हाँ जी। ऊंच नीच कहें बचन तोख के, मन को तेरे दे परमाए। इस तरह होंदा है कि जिस तरह हर चीज़ का एक निचोड़ कढ़ दिता ना उन्होंने, निचोड़ कढ़ के उस चीज़ को दिता है। जिस फिर भी साडे वो चीज़ असी नहीं लै सकते, तो फिर वो जिहड़ी चीज़ है साडे कर्मां दी है। उन्होंने फरमाया वचन बड़े सरल ने, जिहड़ी भाषा असी समझते हैं उस भाषा दे विच, कोई ये नहीं है कि कोई संस्कृत दे जां कोई ऐसी जिहड़ी भाषा असी जानते नहीं तो जिहड़ी मर्जी वो कोई अर्थ होई जाण। बड़े सौखे वचन ने। उन्होंने कहा जब सच्चा, हाँ, जब सच्चा होए चले डगर गुरु, डगर कहते ने रस्ता, कहते ने जब सच्चा होए चले डगर गुरु, तब ही चौंके रोके आए। वो ठग्गां की गल दसी है, कहते कि उदा नहीं उन्होंने कोई पेचा पाउणा तुहाडे नाल, उदा नहीं जिहड़ा अगे कोई है ही नहीं, उन्होंने की रोकना। काल के देश बैठे हैं, जो काल के देश चों बाहर निकलण की कोई राह मिलेगी सानूं, उदों काल ने अपना काम करना शुरू करना है। इस करके बड़ा साफ वचन किया कि जब सच्चा होए, जो तुहाडे मन च कोई थोड़ी जी भावना ऐसी होएगी कि मैं गुरु वाले पासे चलां,
ਬਈ ਗੁਰੂ ਦਾ ਕੋਈ ਰੂਪ ਤਾਂ ਦੇਖਾਂ, ਬੜੀ ਜ਼ਿੰਦਗੀ ਲੰਘ ਗਈ ਏ ਇਸੇ ਤਰ੍ਹਾਂ ਠੋਕਰਾਂ ਖਾਂਦਿਆਂ, ਹੁਣ ਮੈਂ ਗੁਰੂ ਦੇ ਲੜ ਲੱਗ ਜਾਵਾਂ। ਕਹਿੰਦੇ ਉਦੋਂ ਤੁਹਾਨੂੰ ਮੁਸੀਬਤਾਂ ਜ਼ਿਆਦਾ ਆਉਣੀਆਂ ਨੇ। ਮੁਸੀਬਤਾਂ ਦਾ ਮਤਲਬ ਕਿ ਇਹ ਜਿਹੜੀਆਂ ਉਲਝਣਾਂ ਜਿਹੜੀਆਂ ਪੈਣੀਆਂ ਸ਼ੁਰੂ ਹੋਣੀਆਂ ਨੇ। ਬੜੇ ਬੱਚੇ ਦੱਸਦੇ ਨੇ ਕਿ ਅੱਗੋਂ ਪਿੱਛੋਂ ਕਈ ਵਾਰੀ ਦੁਕਾਨ ਜਾਂ ਕੋਈ ਕਾਰੋਬਾਰ ਜਾਂ ਕਹਿੰਦੇ ਕਈ ਐਸੀਆਂ ਚੀਜ਼ਾਂ ਹੁੰਦੀਆਂ ਨੇ ਕਿ ਕਿੰਨੀ ਦੇਰ ਲੰਘਦੀ, ਕੁਛ ਉਹਦੇ 'ਚ ਨਹੀਂ ਹੁੰਦਾ। ਅਤੇ ਜਦੋਂ ਅਸੀਂ ਸੋਚਦੇ ਹਾਂ ਗੁਰੂ ਵਾਲੇ ਪਾਸੇ ਤੁਰਨਾ ਹੈ ਜਾਂ ਵੈਸੇ ਸੋਚਦੇ ਹਾਂ ਚਲੋ ਮੱਥਾ ਟੇਕ ਕੇ ਆਉਂਦੇ ਹਾਂ, ਕਹਿੰਦੇ ਉਦੋਂ ਹੀ ਕੰਮ ਪੈ ਜਾਂਦਾ ਕੋਈ ਨਾ ਕੋਈ ਐਸਾ। ਬੜੀ ਵਾਰੀ ਬੱਚੇ ਦੱਸਦੇ ਨੇ ਕਿ ਉਦੋਂ ਉਲਝਣਾਂ ਪੈਂਦੀਆਂ ਨੇ। ਇਸੇ ਤਰ੍ਹਾਂ ਉਹਨਾਂ ਨੇ ਸਾਫ਼ ਕੀਤਾ ਕਿ ਜਬ ਸੱਚਾ ਹੋਏ ਚਲੇ ਡਗਰ ਗੁਰੂ ਤਬ ਹੀ ਚੌਂਕੇ ਰੋਕੇ ਆਏ, ਕਿ ਉਦੋਂ ਹੀ ਉਹਨਾਂ ਨੇ ਕੰਮ ਕਰਨਾ ਹੈ। ਜਦੋਂ ਤੱਕ ਤੁਸੀਂ ਉਸ ਚੀਜ਼ 'ਚ ਨਹੀਂ ਚੱਲ ਰਹੇ ਤੇ ਬਾਕੀ ਉਹ ਕੀ ਕਿਸੇ ਨੂੰ ਆ, ਉਦੋਂ ਤੱਕ ਕੋਈ ਫਿਕਰ ਨਹੀਂ ਹੈ। ਉਦੋਂ ਤੱਕ ਜਿਹੜੇ ਸਾਡੇ ਦੁਸ਼ਮਣ ਨੇ ਉਹਨਾਂ ਨੂੰ ਕੋਈ ਫਿਕਰ ਨਹੀਂ ਕਿ ਠੀਕ ਹੈ ਜੀ ਇਹ ਤਾਂ ਹਜੇ ਕੋਈ ਗੱਲ ਹੀ ਨਹੀਂ ਹੈਗੀ। ਜਦੋਂ ਅਸੀਂ ਗੁਰੂ ਦੀ ਡਗਰ 'ਤੇ ਚੱਲਣਾ ਸ਼ੁਰੂ ਕੀਤਾ, ਥੋੜ੍ਹਾ ਜਿਹਾ ਗੁਰੂ ਵੱਲ ਸਾਡਾ ਧਿਆਨ ਹੋਇਆ ਕਿ ਬਈ ਗੁਰੂ ਵਾਲੇ ਪਾਸੇ ਚੱਲਣਾ ਹੈ, ਉਦੋਂ ਹੀ ਸਾਰੇ ਜਿਹੜੇ ਆ ਅਲਰਟ ਹੋ ਜਾਂਦੇ ਨੇ। ਅਲਰਟ ਹੋ ਕੇ ਤੇ ਸਾਨੂੰ ਰੋਕਣ ਵਾਸਤੇ ਫਿਰ ਨਵੀਂ ਤੋਂ ਨਵੀਂ ਕੋਈ ਨਾ ਕੋਈ ਜਾਲ ਜਿਹੜਾ ਬੁਣਨਾ ਸ਼ੁਰੂ ਹੋ ਜਾਂਦਾ। ਉਹਨੇ ਕਿਹਾ ਕਿ ਜਬ ਸੱਚਾ ਹੋਏ ਚਲੇ ਡਗਰ ਗੁਰੂ ਤਬ ਹੀ ਚੌਂਕੇ ਰੋਕੇ ਆਏ, ਊਚ ਨੀਚ ਕਹੇ ਬਚਨ ਤੋਖ ਕੇ ਮਨ ਕੇ ਤੇਰੇ ਦੇ ਪਰਮਾਏ। ਸਮਝ ਲੱਗ ਰਹੀ ਹੈ ਸਾਰੀ? ਕਹਿੰਦੇ ਉੱਚੇ ਨੀਚੇ ਬਚਨ ਕਹੇ, ਮਤਲਬ ਕਿ ਐਸੇ ਐਸੇ ਬਚਨ ਕਰਨਗੇ, ਐਸੀਆਂ ਐਸੀਆਂ ਗੱਲਾਂ ਕਰਨਗੇ ਕਿ ਮਨ ਨੂੰ ਤੁਹਾਡੇ ਨੂੰ ਭਰਮਾਂ 'ਚ ਪਾ ਦੇਣਗੇ। ਜਿਹੜਾ ਤੁਹਾਡਾ ਮਨ ਬਣਿਆ ਹੁੰਦਾ ਹੈ ਕਿ ਥੋੜ੍ਹਾ ਬਹੁਤਾ ਕਈ ਵਾਰੀ ਗੁਰੂ ਵਾਲੇ ਪਾਸੇ ਚੱਲਣ ਦਾ, ਉਹਦੇ 'ਚ ਫਿਰ ਐਸੇ ਸੰਸ਼ੇ ਭਰਮ ਪਾ ਦੇਣਗੇ ਕਿ ਤੁਸੀਂ ਸੋਚਾਂ 'ਚ ਪੈ ਜਾਓਗੇ ਕਿ ਕਿਤੇ ਮੈਂ ਗਲਤ ਤਾਂ ਨਹੀਂ ਚੱਲ ਪਿਆ ਕਿਤੇ। ਇਸ ਤਰ੍ਹਾਂ ਤੁਹਾਡੇ ਮਨ ਨੂੰ ਉਲਝਾਉਣਗੇ, ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਕਿ ਮਨ ਜਿਹੜਾ ਆ ਫਿਰ ਸ਼ੁਕੰਨਾ ਜਿਹਾ ਹੋ ਗਿਆ, ਜਿਸ ਤਰ੍ਹਾਂ ਫਿਰ ਬੈਠ ਜਾਂਦਾ ਆ ਕਿ ਸੋਚਣਾ ਸ਼ੁਰੂ ਕਰ ਦਿੰਦਾ ਹੈ ਕਿ ਨਹੀਂ ਬਈ। ਪਰ ਇਹ ਸਾਰੀਆਂ ਉਲਝਣੀਆਂ ਕਦੋਂ ਹੋਣੀਆਂ ਵਾ? ਜਦੋਂ ਤੁਸੀਂ ਗੁਰੂ ਵੱਲ ਉੱਧਰ ਇੱਕ ਕਦਮ ਪੁੱਟਣਾ ਸ਼ੁਰੂ ਕੀਤਾ। ਇਸ ਕਰਕੇ ਉਹਨਾਂ ਨੇ ਪਹਿਲਾ ਵਚਨ ਜਿਹੜਾ ਕੀਤਾ ਕਿ ਧੋਖਾ ਮਤ ਖਾਨਾ ਜਗ ਆਏ ਪਿਆਰੇ, ਧੋਖਾ ਮਤ ਖਾਨਾ ਜਗ ਆਏ। ਹੁਣ ਇਹ ਚੀਜ਼ ਜਿਹੜੀ ਏ ਅਸੀਂ ਹਮੇਸ਼ਾ ਆਪਣੇ ਅੰਦਰ ਰੱਖਣੀ ਹੈ। ਮੈਂ ਕਈ ਵਾਰੀ ਕਹਿੰਦਾ ਰਹਿੰਦਾ ਹੁੰਦਾ ਹੈ ਕਿ ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰ ਦੇ, ਸੰਤ ਦੀ ਸ਼ਰਨ ਪਿਆ। ਜੇ ਅਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਆ ਕੇ ਉਹਨਾਂ ਦੇ ਬਚਨਾਂ 'ਤੇ ਵਿਚਾਰ ਨਹੀਂ ਕਰਾਂਗੇ ਤੇ ਬਈ ਫਿਰ ਧੋਖਾ ਨਾ ਆਪਣੇ ਆਪ ਨੂੰ ਦੇ ਰਹੇ ਹਾਂ। ਮਤ ਸੋਚੀਏ ਐਸਾ ਕਿ ਕੋਈ ਐਸੀ ਚੀਜ਼ ਨਿਕਲ ਜਾਵਾਂਗੇ ਜਾਂ ਕੁਛ ਹੋ ਜਾਏਗਾ। ਫਿਰ ਜੋ ਕਾਨੂੰਨ ਗੁਰੂ ਨੇ ਫਰਮਾਇਆ ਸੀ ਕਿ ਇੱਕ ਦੁਨੀਆ ਵਾਲੇ ਵਾਸਤੇ, ਦੁਨੀਆਦਾਰ ਜਿਹੜਾ ਆਮ ਜਿਹੜਾ ਬੰਦਾ ਹੈ ਉਹੀ ਇਹਦੇ ਲਾਗੂ ਹੁੰਦਾ ਹੈ ਤੇ ਕਿ ਜੇ ਉਸ ਚੀਜ਼ 'ਤੇ ਨਹੀਂ ਚੱਲ ਰਿਹਾ ਤੇ। ਇਸ ਕਰਕੇ ਜੋ ਵਚਨ ਕਰ ਰਹੇ ਨੇ ਕਿਹਾ ਕਿ ਊਚ ਨੀਚ ਕਹੇ ਬਚਨ ਧੋ ਕੇ, ਕਿ ਬੜੇ ਤਾਣ ਦੇ ਬਚਨ, ਬੜੇ ਜਿਹੜੇ ਆ ਐ ਭਰਮਾਉਣ ਵਾਲੇ ਬਚਨ ਉਹ ਕਰਦੇ ਨੇ ਤੇ ਮਨ ਕੋ ਤੇਰੇ ਦੇ ਭਰਮਾਏ, ਕਿ ਮਨ 'ਚ ਐਸੇ ਐਸੇ ਮਨ ਨੂੰ ਵਾਲ ਪਾ ਦੇਣਗੇ ਕਿ ਬੰਦਾ ਜਿਹੜਾ ਆ ਕਈ ਦਿਨ, ਜਿਸ ਤਰ੍ਹਾਂ ਮੈਂ ਅੱਜ ਵੀ ਦੱਸਿਆ ਕਿ ਬੱਚੇ ਦੇ ਜਿਹੜੇ ਫੋਨ ਆਇਆ ਉਹ ਕਹਿਣ ਲੱਗਾ ਕਿ ਮੇਰਾ ਮਨ ਜਿਹੜਾ ਆ ਮਤਲਬ ਇਸ ਤਰ੍ਹਾਂ ਦਾ ਹੋ ਗਿਆ ਕਿ ਸਮਝ ਨਹੀਂ ਲੱਗ ਰਹੀ ਕਿ ਮੈਂ ਹੁਣ ਕਿੱਧਰ ਨੂੰ ਤੁਰਾਂ। ਇਹ ਕੀ ਹੈ? ਸਮਾਂ ਖਰਾਬ ਕਰਨ ਵਾਲੀ ਗੱਲ। ਸਤਿਗੁਰੂ ਤੇ ਚਾਹੁੰਦੇ ਨੇ, ਗੁਰੂ ਨੇ ਫਰਮਾਇਆ ਸੀ ਗੁਰੂ ਤੇ ਚਾਹੁੰਦਾ ਹੈ, ਬਾਹਾਂ ਖਿਲਾਰ ਕੇ ਬੈਠਾ ਹੈ ਕਿ ਆ ਮੇਰੇ ਬਈ ਗੱਲ ਨਾਲ ਲੱਗ ਜਾ, ਜਿੱਦਾਂ ਇੱਕ ਪਿਤਾ ਬੱਚੇ ਨੂੰ ਚਾਹੁੰਦਾ ਹੈ। ਪਰ ਰਸਤੇ ਦੇ ਵਿੱਚ ਕਈ ਐਸੇ ਕਿ ਜਿਹੜਾ ਕੋਈ ਖਿਡੌਣਾ ਵਿਖਾ ਕੇ ਆ ਜਾ ਇੱਧਰ ਆ ਜਾ, ਕੋਈ ਚਾਕਲੇਟ ਵਿਖਾ ਕੇ ਆ ਜਾ ਇੱਧਰ ਆ ਜਾ, ਬੱਚੇ ਨੂੰ ਇਹ ਨਹੀਂ ਪਤਾ ਕਿ ਬਈ ਮਾਂ ਪਿਓ ਦੀ ਜਿਹੜੀ ਗੋਦ ਆ ਉਹ ਕਿੱਦਾਂ ਦੀ ਆ, ਤੇ ਇਹ ਚੀਜ਼ਾਂ ਤੇ ਬਈ ਉੱਥੇ ਮੈਨੂੰ ਸਭ ਮਿਲ ਜਾਣੀਆਂ ਨੇ। ਬੱਚਾ ਕਈ ਵਾਰੀ ਦੌੜਾ ਆਉਂਦਾ ਵੀ ਰਸਤੇ ਦੇ ਵਿੱਚ ਹੀ ਐ ਬਦਲ ਲੈਂਦਾ ਕਿ ਹੋ ਕੇ ਇੱਧਰੋਂ ਮੈਨੂੰ ਉਹ ਚੀਜ਼ ਮਿਲ ਰਹੀ ਹੈ। ਪਰ ਉਹ ਚੀਜ਼ਾਂ ਜਿਹੜੀਆਂ ਸੋਚ ਕੇ ਦੇਖੀਏ ਕਿ ਬਈ ਅੱਗੇ ਜੀਵਨ 'ਚ ਨਹੀਂ ਚੱਲ ਰਹੀਆਂ, ਚੱਲ ਰਹੀਆਂ ਨੇ, ਲਗਾਤਾਰ ਹੀ ਚੱਲ ਰਹੀਆਂ। ਹਾਂਜੀ ਅੱਗੇ। इनसे रहना समझ बूझ कर है ये बैरी हित दिखलाए, हाँ जी। तेरी हान लाभ नहीं सोचे अपने स्वार्थ ਰਹੇ ਲਿਪਟਾਏ। ਮੈਂ ਕਈ ਵਾਰੀ ਦੱਸਦਾ ਕਿ ਸੇਵਾ ਦੇ ਵਿੱਚ ਜਿਸ ਤਰ੍ਹਾਂ ਸਤਿਗੁਰਾਂ ਦੇ ਬਚਨ ਸੀ ਕਿ ਐਸਾ ਘਮਸਾਨ ਮੁਕਾਉਂਦਾ ਹੈ ਅਕਾਲ ਜਿਹੜਾ ਆ ਕਿ ਐ ਬਖੇੜ ਕੇ ਰੱਖ ਦਿੰਦਾ ਹੈ। ਕੋਈ ਸੇਵਾਦਾਰ ਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਉਹਨਾਂ ਨੇ ਆਪ ਦੱਸਿਆ ਮੈਨੂੰ ਕਿ ਗੁਰੂ ਮਹਾਰਾਜ ਜੀ ਮਤਲਬ ਕਈ ਵਾਰੀ ਤੇ ਸੇਵਾ ਦੇ ਵਿੱਚ ਇੰਨਾ ਆਨੰਦ ਆਉਂਦਾ ਹੈ ਜਦੋਂ ਅਸੀਂ ਉਸ ਚੀਜ਼ ਨੂੰ ਕਰਦੇ ਹਾਂ, ਤੇ ਕਈ ਵਾਰੀ ਜ਼ੋਰ ਵੀ ਉਹਦੇ ਨਾਲੋਂ ਵੱਧ ਲੱਗਦਾ ਹੈ ਪਰ ਸੇਵਾ ਦਾ ਆਨੰਦ ਨਹੀਂ ਆਉਂਦਾ। ਫਿਰ ਉਹਨਾਂ ਨੇ ਬੱਚੇ ਨੇ ਕਿਸੇ ਨੇ ਦੱਸਿਆ ਕਿ ਬਈ ਕੀ ਹੈ ਕੀ ਹੈ। ਹੁਣ ਜਿਸ ਤਰ੍ਹਾਂ ਇਹਦੇ ਵਿੱਚ ਆਇਆ ਕਿ ਉਹ ਜਿਹੜੇ ਵੀ ਬੱਚੇ, ਹੁਣ ਜਦੋਂ ਮੈਂ ਇੱਕੋ ਗੱਲ ਕਹਿਣਾ ਹੈ
ਨਿਯਮ ਨੇ ਗੁਰਮਾਈ ਦੇ ਜਿਹੜੇ ਦਰਬਾਰ ਦੇ ਜੋ ਮਰਿਆਦਾ ਹੈ ਕਿ ਉਹਦੇ ਵਿੱਚ ਰਹੋ, ਕਿ ਉੱਚਾ ਨੀਚਾ ਕਿਸੇ ਨੂੰ ਨਾ ਬੋਲੋ। ਜੇ ਕੋਈ ਗੱਲ ਕਰ ਵੀ ਦਿੰਦਾ ਏ ਤੇ ਬਈ ਜੇ ਤੁਹਾਨੂੰ ਬੁਰੀ ਵੀ ਲੱਗਦੀ ਹੈ ਤੇ ਹੱਥ ਜੋੜ ਕੇ ਉਤੋਂ ਕਰ ਦਿਓ, ਕੋਈ ਗੱਲ ਨਹੀਂ, ਗੁਰੂ ਤੇ ਛੱਡ ਦਿਓ। ਤੁਸੀਂ ਸੇਵਾ ਕਰਨ ਆਏ ਹੋ, ਤੁਸੀਂ ਸੇਵਾ ਕਰੋ ਆਪਣੀ ਮਨ ਲਗਾ ਕੇ, ਤੇ ਨਾ ਇੱਧਰ ਉੱਧਰ ਧਿਆਨ ਕਰੋ। ਪਰ ਕਈ ਵਾਰੀ ਉਹ ਬੱਚੇ ਜਿਸ ਤਰ੍ਹਾਂ ਦੱਸਦੇ ਆ ਕਿ ਉਹ ਠੀਕ ਹੁੰਦੇ ਨੇ, ਚੱਲ ਰਹੇ ਹੁੰਦੇ ਨੇ, ਬੜੀ ਵਧੀਆ ਸੇਵਾ ਕਰ ਰਹੇ ਹੁੰਦੇ ਨੇ, ਗੁਰੂ ਦੀ ਖੁਸ਼ੀ ਲੈ ਰਹੇ ਹੁੰਦੇ ਨੇ, ਕੋਈ ਨਾ ਕੋਈ ਐਸਾ ਵਿੱਚ ਕੋਈ ਜਿਹੜਾ ਕੋਈ ਵਿੱਚ ਬੰਦਾ ਆ ਜਾਂਦਾ ਹੈ ਕਿ ਜਿਹੜਾ ਉਹਨਾਂ ਦੇ ਮਨ ਨੂੰ ਕੋਈ ਨਾ ਕੋਈ ਐਸੀਆਂ ਗੱਲਾਂ ਕਰਕੇ ਤਾਂ ਛੱਡ ਦਿੰਦਾ ਹੈ। ਉਹ ਕਹਿੰਦੇ ਕਿ ਸਮਝ ਆ ਜਾਂਦੀ ਹੈ ਜ਼ਰੂਰ, ਸਮਝ ਆ ਜਾਂਦੀ ਹੈ ਜ਼ਰੂਰ ਕਿ ਮਤਲਬ ਨੁਕਸਾਨ ਹੋ ਗਿਆ ਵਾ, ਪਰ ਕਹਿੰਦੇ ਕਿ ਉਹ ਟਾਈਮ ਨਿਕਲ ਜਾਂਦਾ ਵਾ, ਸੰਭਲਣ ਵਾਲਾ ਮੌਕਾ ਨਹੀਂ ਉਹ ਦਿੰਦੇ ਕਿ ਬਈ ਤੁਸੀਂ ਉਸ ਵੇਲੇ ਸੰਭਲ ਸਕੋ। ਕੰਮ ਤੇ ਹੋ ਗਿਆ ਜਿਹੜਾ ਹੋਣਾ ਸੀ, ਉਸ ਤੋਂ ਬਾਅਦ ਸਮਝ ਲੱਗ ਜਾਂਦੀ ਹੈ ਕਿ ਹਾਂ ਬਈ ਉਹ ਗੱਲ ਨਹੀਂ ਬਣੀ। ਪਰ ਉਹ ਕਹਿੰਦੇ ਕਿ ਤਬ ਪਛਤਾਏ ਕਿਆ ਹੋਤ ਜਬ ਚਿੜੀਆ ਚੁੱਗ ਗਈ ਖੇਤ। ਤੁਹਾਡਾ ਉਹ ਸਮਾਂ ਜਿਹੜਾ ਸੀ ਇੱਕ ਸੇਵਾ ਵਾਲਾ, ਉਹ ਤੇ ਲੰਘਾ ਦਿੱਤਾ ਨਾ। ਇਸੇ ਕਰਕੇ ਮੈਂ ਕਈ ਵਾਰ ਬੱਚਿਆਂ ਨੂੰ ਇਹੋ ਗੱਲ ਕਹਿੰਦਾ ਰਹਿੰਦਾ ਹੈ ਕਿ ਬੇਟੇ ਸਮਾਂ ਲੰਘਣ ਤੋਂ ਨਹੀਂ, ਪਹਿਲਾਂ ਉਸ ਚੀਜ਼ ਦਾ ਵਿਚਾਰ ਕਰੋ, ਪਹਿਲਾਂ ਧਿਆਨ ਰੱਖੋ ਉਸ ਚੀਜ਼ ਦਾ ਕਿ ਬਈ ਜਿਹੜਾ ਟਾਈਮ ਹੈ ਬੜਾ ਕੀਮਤੀ ਹੈ, ਤੇ ਉਹਨੂੰ ਹਰ ਤਰ੍ਹਾਂ ਦੇਖ ਕੇ ਉਹਨੂੰ ਜਿਹੜਾ ਵਾ ਕਰੀਏ। ਤੇ ਉਹਨਾਂ ਨੇ ਦੱਸਿਆ ਹੈ ਕਿ ਪਹਿਲਾਂ ਤਾਂ ਫਰਮਾਇਆ ਕਿ ਊਚ ਨੀਚ ਕਹੇ ਬਚਨ ਤੋਕ ਕੇ ਮਨ ਕੋ ਤੇਰੇ ਦੇ ਪਰਮਾਏ, ਇਨਸੇ ਰਹਿਣਾ ਸਮਝ ਬੂਝ ਕਰ ਹੈ ਇਹ ਬੈਰੀ ਹਿੱਤ ਦਿਖਲਾਏ। ਹੁਣ ਆਪਣੇ ਆਪਣੇ ਅੰਦਰ ਜਦੋਂ ਇਸ ਚੀਜ਼ ਨੂੰ ਲਿਆਵਾਂਗੇ ਤੇ ਬਈ ਸਾਰਿਆਂ ਤੇ ਉਹ ਚੀਜ਼ ਆ ਰਹੀ ਹੈ। ਜਦੋਂ ਅਸੀਂ ਕਿਸੇ ਕੋ ਆਪਣਾ ਮਤਲਬ ਕੱਢਣਾ ਹੁੰਦਾ ਹੈ ਨਾ, ਫਿਰ ਸਾਡੀ ਦੇਖੋ ਕਿ ਕੀ ਦਸ਼ਾ ਕੀ ਹੁੰਦੀ ਹੈ। ਫਿਰ ਅਸੀਂ ਐਂ ਘੁਮਾ ਫਿਰਾ ਜਿੱਦਾਂ ਵੀ ਕਰ ਕਰਾ ਕੇ ਉਹ ਕੰਮ ਜਿਹੜਾ ਕਰਦੇ ਆ। ਲੇਕਿਨ ਉਹਨਾਂ ਨੇ ਦੱਸਿਆ ਹੈ ਕਿ ਬਈ ਇਹ ਜਿਹੜੀ ਚੀਜ਼ ਹੈ ਕਿ ਇਨਸੇ ਰਹਿਣਾ ਸਮਝ ਬੂਝ ਕੇ ਹੈ ਇਹ ਬੈਰੀ ਹਿੱਤ ਦਿਖਲਾਏ, ਤੇਰੀ ਹਾਨ ਲਾਭ ਨਹੀਂ ਸੋਚੇ ਆਪਣੇ ਸਵਾਰਥ ਰਹੇ ਲਿਪਟਾਏ। ਕਿਸੇ ਨੂੰ ਕਿਸੇ ਦਾ ਨਹੀਂ ਹੈਗਾ। ਮੈਂ ਤਾਂ ਕਈ ਵਾਰੀ ਦੱਸਿਆ ਕਿ ਹੁਣ ਦੇਖੋ ਕੁਦਰਤ ਸਾਨੂੰ ਸਮਝਾਉਣਾ ਚਾਹੁੰਦੀ ਹੈ, ਜੋ ਵਚਨ ਕਰਦੇ ਹੋ ਉਹ ਹਰ ਇੱਕ ਚੀਜ਼ ਨੂੰ ਪੇਸ਼ ਕਰਕੇ ਦੱਸ ਦਿੰਦੀ ਹੈ। ਵਚਨ ਤੇ ਬੜੀ ਦੇਰ ਦੇ ਸੁਣਦੇ, ਅੱਜ ਸਮਾਂ ਐਸਾ ਆ ਗਿਆ ਹੈ, ਸਮਾਂ ਐਸਾ ਆ ਗਿਆ ਹੈ ਕਿ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰ ਪਿਆ ਹੁੰਦਾ ਹੈ, ਘਰ ਦੇ ਹੀ ਲਾਗੇ ਨਹੀਂ ਲੱਗਦੇ, ਉਹਦੇ ਘਰ ਦੇ ਹੀ ਲਾਗੇ ਨਹੀਂ ਜਾਂਦੇ ਕਿ ਬਈ ਇਹ ਬਿਮਾਰੀ ਸਾਨੂੰ ਨਾ ਲੱਗ ਜਾਏ। ਹੋਰ ਤਾਂ ਛੱਡਿਆ, ਬੜਾ ਹਿੱਤ ਹੁੰਦਾ ਹੈ ਕਿਤੇ ਜਿੰਦਿਆਂ ਜੀ, ਕਿਤੇ ਬੜੀਆਂ ਗੱਲਾਂ ਇੱਦਾਂ ਦਾ। ਜਦੋਂ ਉਹ ਬੰਦਾ ਖਤਮ ਹੋ ਜਾਂਦਾ ਹੈ, ਇੱਕ ਨਹੀਂ ਮੈਂ ਕਈ ਜਾਣਿਆਂ ਦੇ ਵਾਕਿਆ ਐਸੇ ਸੁਣੇ, ਆਪਣੇ ਬੜੇ ਸਗੇ ਜਿਹੜੇ ਆ ਹੱਥ ਨਹੀਂ ਕਹਿੰਦੇ ਹੁਣ ਤੇ ਹੋਣਾ ਸੀ ਜੋ ਹੋ ਗਿਆ, ਲੈ ਜਾਓ ਇਹਨੂੰ ਹੁਣ ਏਦਾਂ ਹੀ। ਦੋ ਬੰਦੇ ਖੜ ਕੇ ਮਤਲਬ ਕਰ ਦੋ ਇਹਦਾ ਜਿਹੜਾ ਕੰਮ ਕਰਨਾ ਵਾ, ਹੁਣ ਜਿਹੜਾ ਕੰਮ ਹੋਣਾ ਸੀ ਉਹ ਤੇ ਹੋ ਗਿਆ ਵਾ। ਪਰ ਮਨ ਨੂੰ ਸਮਝ ਨਹੀਂ ਲੱਗਦੀ। ਸਤਿਗੁਰਾਂ ਨੇ ਜੋ ਵਚਨ ਫਰਮਾਏ ਨੇ, ਮੈਂ ਕਈ ਵਾਰੀ ਕਿਹਾ ਸਾਡਾ ਦਿਮਾਗ ਉੱਥੋਂ ਤੱਕ ਪਹੁੰਚ ਕਰੇ ਨਾ ਕਰੇ ਉਹ ਵੱਖਰੀ ਗੱਲ ਹੈ, ਪਰ ਇੱਕ ਸਿੱਖ ਦੇ ਵਾਸਤੇ ਹੋਈ ਹੈ ਕਿ ਸਮਝ ਆਵੇ ਨਾ ਆਵੇ, ਪਰ ਉਸ ਤੋਂ ਅੱਗੇ ਕੁਝ ਹੈ ਨਹੀਂ ਹੈ। ਕਹਿੰਦੇ ਮੱਕਿਓਂ ਪਰੇ ਉਜਾੜੇ। ਜੇ ਇੰਨੀ ਚੀਜ਼ ਦੀ ਸਮਝ ਲੱਗ ਗਈ ਇੱਕ ਵਾਰੀ ਤੇ ਫਿਰ ਚਾਂਸ ਇਹਦੇ ਵੱਧ ਜਾਣਗੇ ਕਿ ਉਸ ਚੀਜ਼ ਤੋਂ ਬਚ ਜਾਵੇਗਾ। ਨਹੀਂ ਹੈ ਤੇ ਫਿਰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਉਹ ਚੀਜ਼ ਹਰ ਇੱਕ ਆਪਣੇ ਆਪਣੇ ਉਸ ਚੀਜ਼ ਦੇ ਸੰਗੀ ਸਵਾਰਥ ਦੇ ਉਹ ਲੱਗੇ ਨੇ, ਅਸੀਂ ਆਪਣਾ ਜਿਹੜਾ ਵਾ ਟਾਈਮ ਜਿਹੜਾ ਉਸ ਚੀਜ਼ ਨੂੰ ਲੰਘਾ ਲੈਂਦੇ ਸਾਰਾ ਉਸ ਚੀਜ਼ ਦੇ ਮਗਰ ਲੱਗ ਕੇ। ਇਸ ਲਈ ਧਿਆਨ ਇਸ ਚੀਜ਼ ਦਾ ਕਿਹਾ ਕਿ ਇਨਸੇ ਰਹਿਣਾ ਸਮਝ ਬੂਝ ਕੇ ਹੈ ਜੇ ਬੈਰੀ ਹਿੱਤ ਦਿਖਲਾਏ, ਊਚ ਨੀਚ ਤੇਰੀ ਹਾਨ ਲਾਭ ਨਹੀਂ ਸੋਚੇ ਆਪਣੇ ਸਵਾਰਥ ਰਹੇ ਲਿਪਟਾਏ। ਬਸ ਸਿਰਫ ਹਮੇਸ਼ਾ ਜਾਗਦੇ ਰਹੀਏ, ਜਾਗਦੇ ਰਹੀਏ, ਜਾਗ ਕੇ ਧਿਆਨ ਰੱਖੀਏ। ਮਨ ਜਿਹੜਾ ਆ ਇਹ ਪੇਸ਼ ਨਹੀਂ ਜਾਣ ਦਿੰਦਾ, ਕਿਸੇ ਦੀ ਵੀ ਨਹੀਂ ਪੇਸ਼ ਜਾਣ ਦਿੰਦਾ। ਪਰ ਜਦੋਂ ਅਸੀਂ ਥੋੜਾ ਜਿਹਾ ਸਤਰਕ ਹੋ ਕੇ ਰਵਾਂਗੇ ਨਾ, ਤੇ ਐਸੀ ਕੋਈ ਗੱਲ ਨਹੀਂ ਹੈ। ਗੁਰੂ ਨਾਲ ਸਾਥ ਦੇਣ ਵਾਸਤੇ ਸਾਡੇ ਪਲ ਪਲ ਬਾਹਾਂ ਖੜਾ ਕੇ ਖੜਾ ਹੈ ਸਾਡੇ ਨਾਲ। ਪਰ ਜਿਸ ਤਰ੍ਹਾਂ ਇੱਕ ਬੰਦਾ ਟੋਏ 'ਚ ਡਿੱਗਾ ਹੈ, ਉਹ ਨਿਕਲਣਾ ਚਾਹੁੰਦਾ ਹੈ ਤੇ ਉਹ ਹੱਥ ਉੱਪਰ ਕਰੇ ਤੇ ਸਹੀ, ਤੇ ਫਿਰ ਬਈ ਉਹ ਫੜ ਕੇ ਖਿੱਚ ਲੇਗਾ। ਜਿਹੜਾ ਬਿਲਕੁਲ ਹੀ ਯਤਨ ਨਹੀਂ ਕਰਨ ਦਿਆ ਕਿ ਲੰਮੇ ਪੈ ਗਿਆ ਕਿ ਨਹੀਂ ਹੁਣ ਬਸ ਥੱਲੇ ਆ ਕੇ ਮੈਨੂੰ ਕੱਢ ਲਓ ਕਰ ਲਓ, ਤਾਂ ਉਹਦਾ ਮਤਲਬ ਕਿ ਉਹਦੇ ਹੈ ਹੀ ਨਹੀਂ ਨਿਕਲਣ ਦੀ, ਉਹਦੇ ਮਨ 'ਚ ਕੋਈ ਚਾਹ ਹੀ ਨਹੀਂ ਹੈਗੀ। ਇਸ ਕਰਕੇ ਤੁਹਾਨੂੰ ਸੁਣਾਇਆ ਕਿ ਧਿਆਨ ਰੱਖਣਾ ਆਪਣਾ, ਸਮਝ ਬੂਝ ਕੇ ਜੋ ਸਤਿਗੁਰਾਂ ਨੇ ਸਮਝ ਦਿੱਤੀ ਹੈ ਉਹਦੇ ਤਰੀਕੇ ਦੇ ਨਾਲ ਅਸੀਂ ਚੱਲੀਏ ਨਾਲ। ਹਾਂਜੀ
तू भी चतरा गुरु का प्यारा, उन संग रहो गुरु चरण समाए। उनको भी इस पात पलाई, तेरी भगती न थकती जाए। ਹੁਣ ਪਿਛਲਾ ਇਤਿਹਾਸ ਫੋਲ ਕੇ ਦੇਖੀਏ ਅਸੀਂ। ਮੈਂ ਕਈ ਵਾਰੀ ਦੱਸਦਾ ਰਹਿੰਦਾ ਹੈ ਕਿ ਬਈ ਕਿਸੇ ਟਾਈਮ ਦੇ ਉੱਤੇ ਵੀ ਹੁਣ ਗੁਰੂ ਮਹਾਰਾਜ ਦੇ ਸੇਵਾਦਾਰ ਵਿੱਚ ਬੈਠੇ ਨੇ, ਕਈ ਬੜੇ ਛੋਟੇ ਛੋਟੇ ਬੱਚੇ ਵੀ ਬੈਠੇ ਨੇ, ਕਈ ਉਹਨਾਂ ਤੋਂ ਸਿਆਣੇ, ਕਈ ਐਸੇ ਨੇ ਜਿਨ੍ਹਾਂ ਨੇ ਦੂਸਰੀ ਪਾਤਸ਼ਾਹੀ ਦਾ ਵੀ ਪਹਿਲੀ ਪਾਤਸ਼ਾਹੀ ਦਾ ਵੀ ਸਾਰਾ ਸਮਾਂ ਦੇਖਿਆ ਹੈ। ਉਹ ਆਪਣੇ ਅੰਦਰ ਬੇਟੀ ਝਾਤੀ ਮਾਰ ਕੇ ਦੇਖੀ ਕਿ ਕਿਸੇ ਟਾਈਮ ਦੇ ਉੱਤੇ ਹੀ ਆਪਣਾ ਹਰਦਿਆਲ ਜੀ, ਜਿਹੜਾ ਆਪਾਂ ਕੱਲ੍ਹ ਤੁਸੀਂ ਮੈਨੂੰ ਗੱਲ ਕਰ ਰਹੇ, ਕੱਲ੍ਹ ਕੇ ਪਰਸੋਂ ਕਰ ਰਹੇ ਸੀ ਗੁਰੂ ਮਹਾਰਾਜ ਜੀ ਦੇ ਬਚਨ, ਜਿਹੜੇ ਆਪਾਂ ਦੱਸ ਰਹੇ ਸੀ ਕਿ ਕਿਸੇ ਟਾਈਮ ਦੇ ਉੱਤੇ ਮਨ ਨੇ ਸਾਥ ਦਿੱਤਾ, ਕਿਸੇ ਟਾਈਮ ਦੇ ਉੱਤੇ ਕੋਈ ਐਸਾ ਚੀਜ਼ ਹੈਗੀ ਹੈ ਕਿ ਅਸੀਂ ਪੂਰਾ ਫਾਇਦਾ ਲੈ ਸਕਦੇ ਹੋਈਏ। ਹਰ ਟਾਈਮ ਦੇ ਉੱਤੇ ਨਵੇਂ ਨਵੇਂ ਤਰੀਕੇ ਦੀਆਂ ਉਲਝਣਾਂ ਹੁੰਦੀਆਂ ਨੇ, ਨਵੇਂ ਨਵੇਂ ਤਰੀਕੇ ਦੀਆਂ। ਜਿਹੜਾ ਤਾਂ ਤੁਸੀਂ ਦੱਸਿਆ ਸੀ ਕਿ ਉਦੋਂ ਗੁਰੂ ਮਹਾਰਾਜ ਜੀ ਨੇ ਕੋਈ ਵਚਨ ਫਰਮਾਏ ਤੇ ਮੇਰੇ ਮਨ 'ਚ ਆਇਆ ਕਿ ਬਈ ਅਵਸਥਾ ਇੱਦਾਂ ਦੀ ਹੈ ਇਹਨਾਂ ਦੀ, ਤੇ ਬਈ ਤੇ ਫਿਰ ਤੁਸੀਂ ਦੱਸਿਆ ਕਿ ਉਹਨਾਂ ਨੇ ਹਰ ਇੱਕ ਅਵਸਥਾ 'ਚ ਆ ਕੇ ਦੱਸ ਦਿੱਤਾ ਉਹਨਾਂ ਨੇ ਸਾਨੂੰ। ਇਹ ਸਾਡੇ ਮਨ ਦੀਆਂ ਸਿਰਫ ਗੱਲਾਂ ਨੇ। ਮਨ ਜਿਹੜਾ ਆ ਇਹ ਧੋਖਾ ਦਿੰਦਾ ਹੀ ਰਹਿੰਦਾ, ਇਹ ਹਮੇਸ਼ਾ ਹੀ ਦਿੰਦਾ ਇਹਨੇ। ਜਦੋਂ ਵੀ ਅਸੀਂ ਝਾਤੀ ਮਾਰ ਕੇ ਵੇਖ ਲਈਏ, ਪਿੱਛੇ ਕੋਈ ਐਸਾ ਨਹੀਂ ਆ ਕਿ ਬੜੇ ਅਸੀਂ ਝੰਡੇ ਗੱਡੇ ਨੇ ਤੇ ਜਿਹੜੇ ਹੁਣ ਨਹੀਂ ਗੱਡੇ ਜਾ ਰਹੇ ਸਾਡੇ ਕੋਲ। ਮਨ ਇਸ ਤਰ੍ਹਾਂ ਹੀ ਕਰਦਾ ਹੈ, ਪਰ ਕੀ ਅਸੀਂ ਤਿਆਰ ਹਾਂ ਇਸੇ ਵਾਸਤੇ ਕਿ ਨਹੀਂ ਜਿੱਦਾਂ ਦਾ ਚੱਲਦਾ ਇੱਦਾਂ ਦਾ ਹੀ? ਫਿਰ ਮੈਂ ਕਈ ਵਾਰੀ ਦੱਸਿਆ ਹੈ ਕਿ ਫਿਰ ਲੋੜ ਕੀ ਹੈ ਸਾਨੂੰ। ਮੈਂ ਉਸ ਦਿਨ ਵੀ ਬੇਨਤੀ ਜਿਹੜੀ ਕੀਤੀ ਸੀ ਕਿ ਸਤਸੰਗ ਦੀ ਕੀ ਲੋੜ ਕੀ ਹੈ ਸਾਨੂੰ। ਇੰਨਾ ਟਾਈਮ ਅਸੀਂ ਬੈਠਦੇ ਹਾਂ ਕਰਦੇ ਹਾਂ, ਜਦੋਂ ਸਾਨੂੰ ਪਤਾ ਹੈ ਕਿ ਅਸੀਂ ਆਪਣੇ ਮਨ ਦੀ ਹੀ ਕਰਨੀ ਹੈ ਜਾਂ ਜੋ ਅਸੀਂ ਸੋਚ ਕੇ ਆਏ ਹਾਂ ਉਸੇ ਤਰੀਕੇ ਨਾਲ ਹੀ ਚੱਲਣਾ ਹੈ, ਤੇ ਬਈ ਉਸ ਵਾਸਤੇ ਤੇ ਬਈ ਗੁਰੂ ਵੀ ਤਿਆਰ ਹੈ ਉਸੇ ਤਰੀਕੇ ਨਾਲ ਹੀ। ਪਰ ਜੇ ਥੋੜ੍ਹਾ ਬਹੁਤਾ ਮਨ ਦੇ ਵਿੱਚ ਐਸਾ ਵਿਚਾਰ ਹੈਗਾ ਹੈ ਕਿ ਨਹੀਂ ਕਿ ਬੜੀ ਮਾਰ ਖਾਧੀ ਹੈ ਹੁਣ ਨਹੀਂ ਮਾਰ ਖਾਣੀ, ਤੇ ਫਿਰ ਸਾਨੂੰ ਸਤਰਕ ਹੋਣਾ ਪਏਗਾ। ਫਿਰ ਜਿੰਨੀਆਂ ਵੀ ਚੀਜ਼ਾਂ ਨੇ ਵਾਰ ਘੋਲ ਕੇ ਸੁੱਟ ਦਈਏ ਪਰੇ, ਵਾਰ ਘੋਲ ਕੇ ਸਾਡੇ ਤੇ ਕਰ ਦਈਏ ਕਿ ਨਹੀਂ ਹੋਰ ਜੋ ਮਰਜ਼ੀ ਹੋਵੇ ਦੁਨੀਆ ਦੇ। ਇਹ ਨਹੀਂ ਕਿ ਕੰਮ ਨਹੀਂ ਛੱਡ ਦੇਣੇ ਆ, ਸਾਰੇ ਕਰਨੇ ਆ, ਕਿਹੜਾ ਕੰਮ ਨਹੀਂ ਕਰਨਾ। ਪਰ ਪਹਿਲਾਂ ਇੱਕੋ ਹੀ ਚੀਜ਼ ਹੋਵੇ ਕਿ ਜੋ ਸਤਿਗੁਰਾਂ ਦੇ ਬਚਨ ਨੇ ਉਹਨੂੰ ਸਮਝਿਆ ਜਾਵੇ, ਉਹ ਸਾਡੀ ਸਮਝ 'ਚ ਆ ਜਾਣ, ਉਸ ਤਰੀਕੇ ਨਾਲ ਥੋੜ੍ਹੀ ਬਹੁਤੀ ਜੀਵਨ ਚਾਲ ਸ਼ੁਰੂ ਕਰ ਦਈਏ। ਬਾਕੀ ਕੰਮ ਤੇ ਹੋਣੇ ਹੀ ਹੋਣੇ ਨੇ। ਪਰ ਜੇ ਬਾਕੀ ਕੰਮ ਸਾਰੇ ਹੋ ਗਏ ਤੇ ਜਿਹੜਾ ਕੰਮ ਮੇਨ ਜਿਹੜਾ ਸਾਡਾ ਹੈਗਾ ਸੀ ਉਹ ਨਹੀਂ ਕੀਤਾ, ਤੇ ਫਿਰ ਫਾਇਦਾ ਕੀ ਹੋਏਗਾ? ਤੇ ਉਹਨਾਂ ਨੇ ਵਚਨ ਫਰਮਾਇਆ ਹੈ ਕਿ ਤੂੰ ਵੀ ਚਤੁਰਾ ਗੁਰੂ ਕਾ ਪਿਆਰਾ। ਹੁਣ ਦੇਖੋ ਪਿੱਛੇ ਪਹਿਲਾਂ ਜਿਹੜੇ ਆਏ ਨੇ ਉਹ ਸਾਖਤ ਪੁਰਸ਼ ਦੇ ਲੱਛਣ ਦੱਸੇ ਨੇ। ਉਹਨਾਂ ਨੇ ਪਹਿਲਾਂ ਫਰਮਾਇਆ ਸੀ ਕਿ ਕੋਈ ਮੀਤ ਨਾ ਜਾਨੋ ਆਪਣਾ ਸਭ ਜਗ ਬੈਠੇ ਫਾਂਸੀ ਲਾਏ, ਜਬ ਸੱਚਾ ਹੋਏ ਚਲੇ ਡगर गुरु तब ही चौंके रोके आए, ऊंच नीच कहे बचन तोक के मन को तेरे दे परमाए, इनसे रहना समझ बूझ कर हैं ये बैरी हित दिखलाएं, तेरा हान लाभ नहीं सोचें अपना स्वार्थ रहे लिपटाएं। ਅੱਗੇ ਹੁਣ ਫਰਮਾਇਆ ਹੈ ਤੂੰ ਵੀ ਚਤਰਾ ਗੁਰੂ ਕਾ ਪਿਆਰਾ। ਕਹਿੰਦੇ ਜੇ ਉਹ ਇੰਨਾ ਹੈ ਤੇ ਤੂੰ ਤੇਰੇ ਕੋਲ ਕੋਈ ਤਾਕਤ ਘੱਟ ਹੈ? ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਮਹਾਰਾਜ ਜੀ ਮਨ ਤੇ ਚੱਲਣਾ ਚਾਹੁੰਦਾ ਪਰ ਨਾ ਚੱਲਣ ਨਹੀਂ ਦਿੰਦਾ, ਕੋਈ ਪੇਸ਼ ਨਹੀਂ ਆਉਂ ਜਾਣ ਦਿੰਦੇ, ਸੇਵਾਦਾਰ ਨਹੀਂ ਪੇਸ਼ ਜਾਣ ਦਿੰਦੇ। ਬਈ ਇਹ ਕਿੱਦਾਂ ਹੋ ਸਕਦਾ ਹੈ? ਬਾਕੀ ਕੰਮ ਨਹੀਂ ਅਸੀਂ ਸਾਰੇ ਕਰਦੇ ਆਪਣੇ। ਕੋਈ ਸਾਨੂੰ ਕੋਈ ਰੋਕਿਆ ਕਿਸੇ ਤਰ੍ਹਾਂ ਦਾ ਕਿ ਬਈ ਆਹ ਜਿਹੜਾ ਆਪਣਾ ਰਿਸ਼ਤਾ ਨਹੀਂ ਨਿਭਾਉਣਾ, ਤੂੰ ਕਹਦੇ ਆਪਣੇ ਮਾਂ ਪਿਓ ਨੂੰ ਛੱਡ ਦੇ, ਤੁਸੀਂ ਛੱਡ ਦਿੰਦੇ ਹੋ। ਕੋਈ ਕਵੇ ਆਪਣੇ ਭੈਣ ਭਰਾ ਨੂੰ ਛੱਡ ਦੇ, ਤੁਸੀਂ ਛੱਡ ਦਿੰਦੇ ਕਿਸੇ ਦੇ ਕਹਿਣ ਦੇ ਉੱਤੇ? ਨਹੀਂ ਛੱਡਦੇ ਕਿਸੇ ਨੂੰ। ਬਸ ਇੱਕੋ ਪਾਸਾ ਹੀ ਹੈ ਕਿ ਜਦੋਂ ਅਸੀਂ ਕਮਜ਼ੋਰ ਪੈਂਦੇ ਹਾਂ ਕਿ ਕਿਸੇ ਦੇ ਆਕੇ ਅਸੀਂ ਲੱਗ ਕੇ ਤੇ ਅਸੀਂ ਕਹਿ ਦਿੰਦੇ ਹਾਂ ਕਿ ਬਸ ਠੀਕ ਹੈ। ਹੁਣ ਉਹ ਸਤਿਗੁਰ ਸਮਝਾ ਰਹੇ ਨੇ, ਕਹਿੰਦੇ ਕਿ ਜੇ ਪਿੱਛੇ ਉਹ ਸਾਖਤ ਪੁਰਸ਼ਾਂ ਕੋਲ ਇੰਨੀ ਤਾਕਤ ਹੈ ਤੇ ਉਹਨਾਂ ਨੇ ਕਿਹਾ ਤਰੀਕਾ ਦੱਸਿਆ ਹੈ, ਜਿਹੜਾ ਮੈਂ ਆਮ ਵੀ ਕਈ ਵਾਰੀ ਬੇਨਤੀ ਕੀਤੀ, ਕੱਲ੍ਹ ਵੀ ਪਰਸੋਂ ਵੀ ਮੈਂ ਕਰ ਰਿਹਾ ਸੀ ਬੇਨਤੀ ਕਿ ਕਰਨਾ ਕੀ। ਉਹਨਾਂ ਨੇ ਕਿਹਾ ਕਿ ਤੂੰ ਵੀ ਚਤੁਰਾ ਗੁਰੂ ਕਾ ਪਿਆਰਾ। ਕਹਿੰਦੇ ਜਿਸ ਤਰ੍ਹਾਂ ਉਹ ਚਾਤਰ ਨੇ ਤੇ ਤੂੰ ਵੀ ਬਈ ਅਬ ਚਤਰਾਈ ਵਰਤ, ਤੂੰ ਗੁਰੂ ਦਾ ਪਿਆਰਾ ਹੈ, ਤੈਨੂੰ ਵੀ ਤਾਂ ਪਤਾ ਹੈ ਨਾ ਮੈਂ ਆਪਣਾ ਕੰਮ ਕਿੱਦਾਂ ਕਰਨਾ ਹੈ। ਕਹਿੰਦੇ ਤੂੰ ਵੀ ਚਤਰਾ ਗੁਰੂ ਕਾ ਪਿਆਰਾ, ਉਨ ਸੰਗ ਰਹੋ ਗੁਰੂ ਚਰਨ ਸਮਾਏ। ਕਹਿੰਦੇ ਉਹਨਾਂ ਦੇ ਨਾਲ ਤੂੰ ਚੱਲ। ਮਨਾ ਨਹੀਂ ਕੀਤਾ ਸਤਿਗੁਰੂ ਨੇ, ਭਾਵੇਂ ਉਹ ਸਾਡੇ ਘਰ ਦੇ ਨੇ ਭਾਵੇਂ ਉਹ ਬਾਹਰ ਦੇ ਨੇ। ਕੋਈ ਇਹ ਨਹੀਂ ਗੁਰੂ ਮੈਂ ਕਹਿ ਦਿੰਦੇ ਕਿ ਤੂੰ ਨਾਤੇ ਛੱਡ ਦੇ ਜਾਂ ਕੁਛ ਕਰ ਦੇ।
क्योंकि वो जिहड़ा बाहर का एक ढांचा जिहड़ा वो खराब हो जाएगा, ਉਹਦੇ ਨਾਲ वो ढांचा रखना है, पर ਅਸੀਂ मार भी नहीं खानी। मैं कई बार कहना है कि ਜਦੋਂ भी जिथे गुरमति का बचन आ जाता है, जिथे कोई सतगुਰਾਂ ਉਹ ਚੀਜ਼ ਦਾ ਵਾ, ਉੱਥੇ ਆਪਾਂ मन ਨੂੰ एक पक्का कर ਲਈਏ कि नहीं इस तो नहीं, बाकी होर जो मर्जी हर ਥਾਂ ਤੇ ਅਸੀਂ ਕੰਪਰੋਮਾਈਜ਼ ਕਰਾਂਗੇ, पर ਅਸੀਂ बाकी ਥਾਵਾਂ ਤੇ ਅਸੀਂ ਸਾਰੀਆਂ ਥਾਵਾਂ ਤੇ ਕਰ ਲੈਂਦੇ ਹਾਂ, ਸਾਰੀਆਂ ਥਾਵਾਂ ਤੇ ਅਸੀਂ ਉਹ ਪੱਕੀ ਤਰ੍ਹਾਂ ਚੱਲ ਲੈਂਦੇ ਹਾਂ, ਤੇ ਕੰਪਰੋਮਾਈਜ਼ ਆ ਕੇ ਸਾਡਾ ਗੁਰੂ ਦੇ ਬਚਨ ਨਾਲ ਹੋ ਜਾਂਦਾ ਹੈ। ਹੁਣ ਕਈ ਵਾਰੀ ਸੇਵਾਦਾਰ ਮੈਨੂੰ ਕਿ ਛੋਟੇ ਛੋਟੀਆਂ ਗੱਲਾਂ ਦੱਸਦੇ ਨੇ ਕਿ ਜਿਸ ਤਰ੍ਹਾਂ ਕੋਈ ਬੱਚੇ ਆ ਕੋਈ ਕਿਸੇ ਤਰ੍ਹਾਂ, ਤੇ ਉਹ ਕਈ ਵਾਰੀ ਕੋਈ ਇੱਕ ਦੂਜੇ ਨਾਲ ਜਦੋਂ ਗੱਲ ਕਰ ਰਹੇ ਕੋਈ ਉਹਨਾਂ ਜ਼ਿੰਮੇਵਾਰੀ, ਉਹ ਕਹਿੰਦੇ ਕਿ ਨਹੀਂ, ਜਿਸ ਤਰ੍ਹਾਂ ਹੁਣ ਕਈ ਵਾਰੀ ਮੈਂ ਕਹਿ ਦਿੰਦਾ ਕਿ ਬਈ ਪੁੱਛ ਕੇ ਜਾਣਾ ਹੈ ਧਿਆਨਪੁਰ, ਕਈ ਬੱਚੇ ਨੇ ਉਹ ਕਹਿੰਦੇ ਨੇ ਕਿ ਹਾਂਜੀ ਇੱਕ ਬਚਨ ਲੱਗਾ। ਗੱਲ ਇਹ ਨਹੀਂ ਹੈ ਕਿ ਕੰਮ ਵੱਡਾ ਹੈ ਕਿ ਕੰਮ ਛੋਟਾ ਹੈ, ਇਹਦਾ ਮਤਲਬ ਕੋਈ ਨਹੀਂ ਹੈਗਾ ਕਿ ਤੁਸੀਂ ਕਾਹਦੇ ਲਈ ਜਾ ਰਹੇ ਹੋ। ਮਤਲਬ ਇਸ ਚੀਜ਼ ਦਾ ਹੈ ਕਿ ਤੁਸੀਂ ਹੁਕਮ ਕਿੰਨਾ ਮੰਨਦੇ ਪਏ ਹੋ। ਜਿਹਨੂੰ ਹੁਕਮ ਲੱਗਾ ਹੈ ਉਹਨੇ ਇਹ ਦੇਖਣਾ ਹੈ ਕਿ ਬਈ ਮੈਂ ਉਸ ਤੋਂ ਅੱਗੇ ਚੱਲਣਾ ਹੈ ਕਿ ਜਾਂ ਨਹੀਂ ਚੱਲਣਾ ਹੈਗਾ। ਮੰਨ ਲਓ ਹੁਕਮ ਗੁਰੂ ਦਾ, ਜ਼ਿੰਮੇਵਾਰੀ ਦੂਜਾ ਕਿੱਦਾਂ ਚੁੱਕ ਸਕਦਾ ਉਹਦੀ? ਹੁਕਮ ਗੁਰੂ ਦਾ ਹੈ ਤੁਹਾਨੂੰ ਕਿਸੇ ਚੀਜ਼ ਦਾ, ਤੇ ਤੁਹਾਡੀ ਜ਼ਿੰਮੇਵਾਰੀ ਹੋਰ ਕੋਈ ਚੁੱਕ ਸਕਦਾ? ਤੁਹਾਨੂੰ ਕਹੇ ਕਿ ਕੋਈ ਨਹੀਂ ਤੂੰ ਕਰ ਕੋਈ ਗੱਲ ਨਹੀਂ ਹੈਗੀ, ਇਹ ਕਿਸ ਤਰ੍ਹਾਂ ਹੋ ਸਕਦਾ? ਬਸ ਇਸ ਚੀਜ਼ ਦੀ ਜਦੋਂ ਸਮਝ ਲੱਗੇਗੀ ਤੇ ਬਈ ਸਾਨੂੰ ਜੀਣ ਦੀ ਜਾਚ ਆ ਜਾਏਗੀ। ਅਸੀਂ ਐਵੇਂ ਹੀ ਮਤਲਬ ਮਾਰ ਖਾਈ ਜਾਂਦੇ ਹਾਂ ਛੋਟੀ ਛੋਟੀ ਗੱਲਾਂ ਤੇ। ਜਦੋਂ ਕੋਈ ਗੱਲ ਹੁੰਦੀ ਹੈ ਬਸ ਇੱਕੋ ਹੀ ਸਾਡੇ ਕੋਲ ਹੁੰਦਾ, ਨਹੀਂ ਜੀ ਹੈ ਤੇ ਮੈਨੂੰ ਯਾਦ ਸੀ, ਮੈਨੂੰ ਫਲਾਣੇ ਨੇ ਆਹ ਕਹਿਤਾ, ਮੈਨੂੰ ਢੀਂਗੜੇ ਨੇ ਆਹ ਕਹਿ ਦਿੱਤਾ। ਅਸੀਂ ਇੰਨੇ ਹੀ ਕੱਚੇ। ਮੈਂ ਹੁਣੇ ਜਿਹੜੀ ਗੱਲ ਦੱਸੀ ਆ ਕਿ ਕਿਸੇ ਦੇ ਕਹਿਣ ਤੇ ਅਸੀਂ ਰਿਸ਼ਤੇ ਨਾਤੇ ਬਦਲ ਦਿੰਦੇ ਹਾਂ, ਬਾਕੀ ਚੀਜ਼ਾਂ 'ਚ ਅਸੀਂ ਕੋਈ ਢਿੱਲ ਕਰਦੇ ਹਾਂ, ਪਰ ਮਨ ਇੰਨਾ ਕੱਚਾ ਹੈ, ਇਸ ਪਾਸੇ ਹੀ ਅਸੀਂ ਮਾਰ ਖਾਈ ਜਾਂਦੇ ਹਾਂ। ਇਸ ਕਰਕੇ ਉਹਨੇ ਕਿਹਾ ਹੈ ਕਿ ਤੂੰ ਵੀ ਚਤੁਰਾ ਗੁਰੂ ਕਾ ਪਿਆਰਾ, ਉਨ ਸੰਗ ਰਹੋ ਗੁਰੂ ਚਰਨ ਸਮਾਏ। ਕਹਿੰਦੇ ਰਹੋ ਉਹਨਾਂ ਦੇ ਨਾਲ, ਪਰ ਐਸੀ ਜਿਸ ਤਰ੍ਹਾਂ ਧਿਆਨ ਦੇ ਨਾਲ ਦੇ ਕੇ ਕਿ ਬਈ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਜਿਹੜਾ ਚੇਤਿਆ ਲਾ ਛੱਡ, ਤੇ ਬਈ ਉਹਨਾਂ ਦੇ ਨਾਲ ਜੋ ਵੀ ਸਮਝ ਬੂਝ ਦੇ ਨਾਲ ਉਹਨੂੰ ਚੱਲਣਾ। ਉਹਨੇ ਕਿਹਾ ਕਿ ਉਨਕੋ ਵੀ ਇਸ ਭਾਂਤ ਭਲਾਈ ਤੇਰੀ ਭਗਤੀ ਨਾ ਥਕਤੀ ਜਾਏ, ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਚੱਲ, ਬਈ ਕਿਸੇ ਦਾ ਉਹ ਨਹੀਂ ਕਰਨਾ, ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ, ਕਿਸੇ ਨੂੰ ਮਾੜਾ ਨਹੀਂ ਬੋਲਣਾ, ਕਿਸੇ ਦਾ ਨਰਾਦਰ ਨਹੀਂ ਕਰਨਾ, ਪਰ ਇਹ ਆ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਮਾਰਨਾ ਨਹੀਂ ਹੈ, ਪਰ ਮਾਰ ਖਾਣੀ ਵੀ ਨਹੀਂ ਹੈਗੀ। ਮਾਰ ਕਿਸੇ ਨੂੰ ਮਾਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬਿਲਕੁਲ ਅਸੀਂ ਆਪਣੇ ਕਿ ਖਲੋ ਜਾਈਏ ਕਿ ਠੀਕ ਹੈ ਜੀ ਸਾਨੂੰ ਜੋ ਮਰਜ਼ੀ ਕਰੋ। ਇੱਥੇ ਗੁਰਮਾਈ ਦੇ ਸੇਵਾਦਾਰ ਲੰਬੜਦਾਰ ਜੀ ਹੋਣੀ ਵੀ ਬੈਠੇ ਹੋਣਗੇ ਸ਼ਾਇਦ। ਗੁਰਮਾਈ ਦੇ ਬਚਨ ਕਈ ਵਾਰੀ ਦੱਸਿਆ, ਇੱਥੇ ਗੁਰਮਾਈ ਦੇ ਖੇਤ ਇਹ ਪਾਣੀ ਲੱਗਦਾ ਹੁੰਦਾ ਸੀ, ਨਹਿਰ ਦਾ, ਕੋਈ ਨਹਿਰ ਦਾ ਪਾਣੀ ਲੱਗਦਾ ਹੁੰਦਾ ਸੀ, ਤੇ ਗੁਰੂ ਮਹਾਰਾਜ ਜੀ ਐਸਾ ਤਾਂ ਨਹੀਂ ਵੀ ਕਿਸੇ ਤਰ੍ਹਾਂ ਦਾ ਇੱਕ ਪਾਸੇ ਕਈ ਇੱਥੇ ਸੇਵਾਦਾਰ ਬਾਹਰ ਹੁੰਦੇ ਸੀ, ਤੇ ਕਈ ਆਉਣ ਕਈ ਐਸੇ ਸੀ ਕਿ ਜਿਹੜੇ ਗਾਲਾਂ ਕੱਢਦੇ ਹੁੰਦੇ ਸੀ, ਜਾਂ ਇੱਥੇ ਆਣ ਕੇ ਡੇਰੇ ਦੇ ਅੱਗੋਂ ਦੀ ਉਹਨਾਂ ਨੇ ਚਾਂਗਰਾ ਮਾਰ ਕੇ ਨਿਕਲਣਾ, ਤੇ ਗੁਰੂ ਮਹਾਰਾਜ ਜੀ ਨੇ ਉਹਨਾਂ ਵਾਸਤੇ ਬਰਫੀਆਂ ਦੇ ਡੱਬੇ ਭੇਜਣੇ। ਸੇਵਾਦਾਰਾਂ ਨੇ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਉਂਦੀ ਕਿ ਜਾਂ ਕਿਸ ਤਰ੍ਹਾਂ ਦੀ ਥੋੜ੍ਹਾ ਦੱਸਣਾ, ਤੇ ਗੁਰੂ ਮਹਾਰਾਜ ਨੇ ਕਹਿਣਾ ਨਾ ਇਹਨਾਂ ਨੂੰ ਕੁਛ ਨਹੀਂ ਕਹਿਣਾ, ਬਰਫੀਆਂ ਦੇ ਡੱਬੇ ਉਹਨਾਂ ਨੂੰ ਦੇਣੇ। ਪਰ ਜਦੋਂ ਸਮਾਂ ਆਉਣਾ ਕਈ ਵਾਰੀ, ਤੇ ਗੁਰੂ ਮਹਾਰਾਜ ਜੀ ਨੇ ਸਮਝਾਇਆ ਵੀ, ਮੈਨੂੰ ਯਾਦ ਹੈ ਇੱਥੇ ਲੰਬੜਦਾਰ ਜੀ ਨੇ ਉਹਨਾਂ ਨੇ ਇੱਕ ਵਾਰੀ ਪਾਣੀ ਲਾਉਣ ਵਾਸਤੇ ਗਏ, ਉਹਨੂੰ ਦੱਸਿਆ ਨਾਲ ਕੋਈ ਇੱਕ ਦਾ ਸੇਵਾਦਾਰ ਸੀ ਹੋਰ, ਇੱਥੇ ਕੋਈ ਨਹਿਰ ਦਾ ਪਾਣੀ ਲੱਗਦਾ ਸੀ ਕਿਤੇ ਵੀ, ਤੇ ਦੋ ਸੇਵਾਦਾਰ ਗਏ, ਤੇ ਨਹਿਰ ਦਾ ਪਾਣੀ ਵਾਰੀ ਸਿਰ ਲੱਗਦਾ ਹੁੰਦਾ, ਟਾਈਮ ਹੁੰਦਾ ਉਹਦਾ ਕੋਈ, ਉਹ ਟਾਈਮ ਦੇ ਉੱਤੇ ਗਏ, ਤੇ ਬਾਅਦ ਦੇ ਵਿੱਚ ਉੱਥੇ ਕੋਈ ਅਗਲੇ ਪਾਸੇ ਕੋਈ ਦੋ ਚਾਰ ਬੰਦੇ ਐਸੇ ਬਦਮਾਸ਼ ਸੀ, ਉਹਨਾਂ ਨੇ ਉਹ ਪਾਣੀ ਲਾਉਣ ਨਾ ਦਿੱਤਾ ਵਾਰੀ ਨਾਲ, ਤੇ ਉਹਨਾਂ ਨੂੰ ਕੋਈ ਡਰਾ ਡਰੂ ਕੇ ਭੇਜਤਾ, ਉੱਥੋਂ ਵਾਪਸ ਆ ਗਏ। ਜਦੋਂ ਵਾਪਸ ਆਏ ਤੇ ਗੁਰਮਤਿ ਨੇ ਪੁੱਛਿਆ ਕਿ ਹਾਂ ਬਈ ਬੜੀ ਜਲਦੀ ਆ ਗਏ ਹੋ ਤੁਸੀਂ, ਪਾਣੀ ਲਾ ਕੇ ਨਹੀਂ ਆਏ? ਉਹਨਾਂ ਨੇ ਦੱਸਿਆ ਮਹਾਰਾਜ ਜੀ ਉਹ ਇੱਦਾਂ ਵਾਰੀ ਤੇ ਸਾਡੀ ਆ, ਪਰ ਉਹ ਫਲਾਣੇ ਬੰਦੇ ਇੱਥੋਂ ਦੇ ਕੋਈ ਬਦਮਾਸ਼ ਆ, ਤੇ ਉਹ ਉੱਥੇ ਤੇ ਉਹ ਨਾ ਝਗੜਾ ਕਰਨ ਨੂੰ ਅੱਗੋਂ ਪੈਂਦੇ ਨੇ, ਤੇ ਉਹ ਸਾਨੂੰ ਪਾਣੀ ਨਹੀਂ ਲਾਉਣ ਦਿੱਤਾ, ਤੇ ਅਸੀਂ ਆ ਗਏ। ਗੁਰਮਤਿ ਖੜਾਉਣ ਕੇ ਚੱਲ ਮੇਰੇ ਨਾਲ, ਉਹਨੇ ਸੇਵਾਦਾਰਾਂ ਨੂੰ ਉਹਨਾਂ ਨੂੰ ਨਾਲ ਲਿਆ ਤੇ ਨਾਲ ਚਲੇ ਗਏ ਉੱਥੇ ਨਾਲ ਖੜ ਕੇ, ਤੇ ਉਹ ਵੇਖਿਆ ਜੋ ਗੁਰੂ ਅਗਲੇ ਬੰਨੇ ਕੋਈ ਦੋ ਚਾਰ ਜਣ ਜਿਹੜੇ ਵੀ ਕੋਈ ਖੜੇ ਸੀ, ਗੁਰਮਤਿ ਉਹਨਾਂ ਨੂੰ ਤਾਂ ਕੁਛ ਨਾ ਆਖਿਆ, ਇੱਕ ਸੇਵਾਦਾਰ ਦੇ ਮੂੰਹ ਤੇ ਐ ਪੂਰੀ ਉਸ ਥੱਪੜੇ ਜੜ ਦਿੱਤਾ। ਮੈਂ ਕਹਾਂ ਕਿ ਸੌਰੀ ਦਿਓ, ਇਹਨਾਂ ਕੋਲ ਡਰ ਗਏ ਹੋ? ਇਸੇ ਤਰ੍ਹਾਂ ਗੁਰੂ ਨੇ ਫਰਮਾਇਆ ਕਿ ਸੌਰੀ ਦਿਓ, ਇਹਨਾਂ ਕੋਲ ਡਰ। ਕਹਿੰਦੇ ਗੁਰਮਤਿ ਫਰਮਾਉਣ ਲੱਗੇ ਕਈ ਤੁਹਾਡੇ ਕੋਲ ਸੀ, ਇਹਦਾ ਸਿਰ ਵੱਢ ਕੇ ਇੱਥੇ ਨੱਕੇ 'ਚ ਹੀ ਦੱਬ ਆਉਂਦੇ, ਮੈਂ ਸਾਂਭ ਲੈਂਦਾ ਆਪੇ ਜਿੱਦਾਂ ਮਰਜ਼ੀ ਸੀ। ਮਤਲਬ ਕੀ? ਤੇ ਨਾਲ ਹੀ ਗੁਰਮਤਿ ਫਰਮਾਉਣ ਲੱਗੇ, ਵਚਨ ਫਰਮਾਇਆ ਕਿ ਬਈ ਨਿਰੇ ਪੁਰੇ ਰਾਧਾ ਸਵਾਮੀ ਬਣ ਕੇ ਨਹੀਂ ਰਹਿਣਾ। ਮਤਲਬ ਕੀ ਸੀ ਬਈ? ਇਹ ਨਹੀਂ ਕਿ ਕੋਈ ਸਿਰਫ ਇੱਕ ਗੱਲ ਸਮਝਾਈ ਸੀ, ਸਿਰਫ
ਐਵੇਂ ਮਾੜੇ ਨੂੰ ਵੇਖ ਕੇ ਅਸੀਂ ਉੱਤੇ ਚੜ ਜਾਂਦੇ ਹਾਂ, ਝਾਟੀ ਐਂ ਕਰ ਜਾਂਦੇ ਹਾਂ, ਤੇ ਜਿੱਥੇ ਕੋਈ ਮਾੜਾ ਜਿਹਾ ਕੋਈ ਦਿਸਦਾ ਆ ਉੱਥੇ ਅਸੀਂ ਹੱਥ ਹੀ ਜੋੜੀ ਜਾਂਦੇ, ਨਹੀਂ ਜੀ ਨਹੀਂ ਜੀ ਨਹੀਂ ਜੀ ਨਹੀਂ ਜੀ ਕਰੀ ਜਾਂਦੇ ਹਾਂ। ਜਿੱਥੇ ਪਤਾ ਲੱਗ ਗਿਆ ਕਿ ਬਈ ਗੁਰੂ ਦਾ ਹੁਕਮ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਮੈਂ ਗੱਲ ਜਿਹੜੀ ਕਰ ਰਿਹਾ ਵਾਂ ਇਹ ਸਿੱਖ ਵਾਸਤੇ ਕਰ ਰਿਹਾ, ਆਪਣੇ ਆਪਣੇ ਗੁਰੂ ਦਾ ਬਚਨ ਜਿਹੜਾ ਹੈ ਹਰ ਇੱਕ ਸਿੱਖ ਨੂੰ ਜਿੱਥੇ ਜਿੱਥੇ ਜਿਹੜਾ ਆਪਣੇ ਗੁਰੂ ਦਾ ਹੁਕਮ ਹੈ ਉਹਦੀ ਪਾਲਣਾ ਕਰੇ ਪੂਰੀ। ਕੋਈ ਵੀ ਕਿਸੇ ਚੀਜ਼ ਦਾ ਕੋਈ ਉਹਦੇ ਮਨ ਦੇ ਵਿੱਚ ਆਪਣੇ ਖਿਆਲ ਨਹੀਂ ਕਿਸੇ ਤਰ੍ਹਾਂ ਦਾ। ਜੇ ਇੰਨੀ ਉਹਦੇ ਵਿੱਚ ਆ ਗਈ ਸਿਰਫ, ਤੇ ਬਈ ਗੁਰੂ ਕੋਈ ਇੰਨਾ ਤਾਂ ਕਮਜ਼ੋਰ ਨਹੀਂ ਹੈ ਕਿ ਜਿਹੜਾ ਕੋਈ ਇਹਦੇ ਨਾਲ ਨਹੀਂ ਖਲੋਏਗਾ, ਹਰ ਵੇਲੇ ਹੀ ਨਾਲ ਆ। ਪਰ ਅਸੀਂ ਘਬਰਾ ਜਾਂਦੇ ਹਾਂ ਉਸੇ ਵੇਲੇ। ਜਿਸ ਤਰ੍ਹਾਂ ਕਵਲ ਜੀ ਬੈਠੇ ਆ, ਪਰਿਵਾਰ ਚੋਂ ਜਿਸ ਤਰ੍ਹਾਂ ਦੱਸੀ ਸੀ ਅੱਗੇ ਵੀ ਇੱਕ ਵਾਰੀ ਕਿ ਕੋਈ ਉੱਧਰੋਂ ਆ ਰਹੇ ਸੀ, ਮਾਹੌਲ ਖਰਾਬ ਹੁੰਦੇ ਸੀ, ਤੇ ਬਈ ਪਰਿਵਾਰ ਆ ਰਿਹਾ ਸੀ, ਰਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਖਿਲਾਰ ਲਿਆ। ਉਹਨਾਂ ਨੇ ਪੁੱਛਿਆ ਕਿੱਥੇ ਜਾ ਰਹੇ ਹੋ? ਉਹਨਾਂ ਨੇ ਕਿਹਾ ਜੀ ਧਿਆਨਪੁਰ। ਪੁਲਿਸ ਵਾਲੇ ਕਹਿਣ ਲੱਗੇ ਅੱਛਾ ਬਾਬਾ ਲਾਲ ਜੀ ਤੇ ਜਾ ਰਹੇ ਹੋ? ਉਹਨਾਂ ਨੇ ਵੈਸੇ ਹੀ ਮਨ 'ਚ ਆ ਗਿਆ ਕਿ ਚਲੋ ਉਹਨਾਂ ਨੂੰ ਜਾਣਦੇ ਆ ਤੇ ਚਲੋ ਅਸੀਂ ਕਹਿ ਦਿੰਦੇ ਹਾਂ ਕਿ ਉੱਥੇ ਜਾਣਾ ਤੇ ਆਪਣਾ ਡੇਰੇ ਹੀ ਹੈ। ਤੇ ਉਹਨਾਂ ਨੇ ਕਹਿ ਦਿੱਤਾ ਹਾਂਜੀ ਹਾਂਜੀ ਉੱਥੇ ਹੀ ਜਾ ਰਹੇ ਆ। ਜਦੋਂ ਡੇਰੇ ਪਹੁੰਚੇ ਤੇ ਗੁਰੂ ਮਹਾਰਾਜ ਜੀ ਬਾਹਰ ਹੀ ਪਹਿਲਾਂ ਗੇਟ ਤੇ ਹੀ ਖੜੇ। ਗੁਰੂ ਮਹਾਰਾਜ ਨੇ ਬੜਾ ਪਿਆਰ ਵੀ ਕੀਤਾ, ਮੱਥਾ ਟੇਕਿਆ ਸਾਹਿਬ ਨੇ, ਤੇ ਜਿੱਦਾਂ ਸਾਹਿਬ ਆਮ ਪੁੱਛ ਲੈਂਦੇ ਹਾਂ ਬਈ ਹੋਰ ਵੀ ਰਸਤੇ 'ਚ ਕੋਈ ਮੁਸ਼ਕਲ ਤਾਂ ਨਹੀਂ ਆਈ? ਪਹਿਲਾਂ ਦੱਸਿਆ ਉਹਨਾਂ ਨੇ, ਕਹਿੰਦੇ ਨਹੀਂ ਕੋਈ ਮਹਾਰਾਜ ਜੀ ਕੋਈ ਮੁਸ਼ਕਲ ਨਹੀਂ ਆਈ, ਠੀਕ ਠਾਕ ਸੀ ਸਭ, ਕਿਸੇ ਰਸਤੇ 'ਚ ਕੋਈ ਮਿਲਿਆ ਤਾਂ ਨਹੀਂ? ਕਹਿੰਦੇ ਨਹੀਂ ਬਸ ਜੀ ਕੁਛ ਨਹੀਂ, ਬਸ ਨਾਕਾ ਲੱਗਾ ਹੀ ਇੱਕ ਪੁਲਿਸ ਵਾਲਾ, ਉਹਨਾਂ ਨੇ ਖਿਲਾਰਿਆ ਹੈ। ਉਹਨਾਂ ਨੂੰ ਕਹਿਣ ਲੱਗੇ ਕਿ ਕੀ ਕਹਿੰਦੇ ਸੀ ਉਹ? ਤੋ ਦੱਸਣ ਲੱਗੇ ਕਿ ਗੁਰੂ ਕੁਛ ਨਹੀਂ, ਬਸ ਪੁੱਛਦੇ ਸੀ ਕਿੱਥੇ ਜਾ ਰਹੇ ਹੋ, ਤੇ ਫਿਰ ਅਸੀਂ ਕਿਹਾ ਕਿ ਧਿਆਨਪੁਰ ਜਾ ਰਹੇ ਹਾਂ। ਫਿਰ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਬਾਬਾ ਲਾਲ ਤੇ ਜਾ ਰਹੇ ਹੋ? ਤੇ ਕਹਿੰਦੇ ਗੁਰੂ ਮਹਾਰਾਜ ਜੀ ਸਾਡੇ ਮਨ 'ਚ ਆਇਆ ਕਿ ਉਹ ਕਿਹੜੀ ਗੱਲ ਹੈ, ਜਾਣਾ ਤੇ ਆਪਾਂ ਜਿੱਥੇ ਹੈਗਾ। ਤੇ ਕਹਿੰਦੇ ਅਸੀਂ ਮਨ 'ਚ ਆਇਆ ਕਿ ਪਤਾ ਨਹੀਂ ਮਤਲਬ ਡੇਰੇ ਬਾਰੇ ਜਾਣਦੇ ਆ ਕਿ ਨਹੀਂ ਜਾਂ ਕਿਸ ਤਰ੍ਹਾਂ, ਸਾਡੇ ਮਨ 'ਚ ਆਇਆ ਕਿ ਚਲੋ ਉੱਥੇ ਹੀ ਕਹਿ ਦਿੰਦੇ ਹਾਂ। ਤੇ ਅਸੀਂ ਉਹਨਾਂ ਨੂੰ ਕਿਹਾ ਕਿ ਹਾਂਜੀ ਉੱਥੇ ਹੀ ਜਾ ਰਹੇ, ਉਹਨਾਂ ਨੇ ਭੇਜਤਾ। ਗੁਰੂ ਮਹਾਰਾਜ ਫੋਨ ਲੱਗੇ, ਵਾਹ ਬਈ ਵਾਹ, ਇੱਥੇ ਹੀ ਬੇਟੇ ਮਾਰ ਖਾਈ ਜਾਂਦੇ ਹੋ, ਇੱਥੇ ਹੀ ਆਪਣੇ ਗੁਰੂ ਨੂੰ ਲੁਕਾਈ ਜਾਂਦੇ ਹੋ। ਗੁਰੂ ਮਹਾਰਾਜ ਕਹਿੰਦੇ ਕਹਿ ਕੇ ਤੇ ਦੇਖਣਾ ਸੀ ਉੱਥੇ, ਕਿਉਂ ਨਹੀਂ ਅਸੀਂ ਕਿਹਾ? ਹੁਣ ਗੁਰੂ ਮਹਾਰਾਜ ਜੀ मैं कई बार क्या है, ज्यों केले के पात में पात पात में पात, त्यों संतन की बात में बात बात में बात। पता नहीं किहड़े समय वास्ते किहड़ी गल कह रहे ने, ਉਹਦਾ नहीं सानू पता हुंदा। फिर समा आया एक ਜਿਹੜਾ वचन गुरु महाराज ने लगाया सी ਉਹਨਾਂ ਨੂੰ, ਹੁਣ गुरु महाराज ने पक्का कर दिता कि मन की कमजोरी सी दूर कर दी। ਉਹ ਜਿਹੜੀ एक समा ऐसा आ गया, आत्मा का टाइम सी, कोई इस तरह की घटना घटी, कोई आ गए घर ऐसे, तो उन्होंने आन के कहा गुरु महाराज के स्वरूप देख के, कोई कहने लगे ये कौन है? इन्होंने कहा साढ़े गुरु महाराज जी है। कोई डर ही नहीं, क्योंकि उस वेले बड़ा विरोध करते थे इस चीज़ का। वचन गुरु महाराज का याद आ गया कि गुरु महाराज ने फरमाया कि गुरु नूं लुकाउणा नहीं हैगा। बस उन्होंने पूछा कौन है? दसिया भी साढ़े गुरु महाराज जी ने। कित्थे आ, किस तरह, सब जो जो पूछा दसिया। वो कहने लगे कि की नाम दिंदे ने? वो कहते सानूं दस्सण दा हुक्म नहीं हैगा। इसे तरह ही होगी, कहने लगे कि दस्सण दा हुक्म नहीं हैगा। उन्हां चों एक बंदा कहण लगा कि हथियार उन्हां दे कोल सी, कहंदा जे असीं पुछ लईए ते फिर। बई गल तो वही सी ना कि जे गुरु दा थोड़ा बल लिया सी ते फिर गुरु एडा कमजोर सी। कहण लगे कि जे पुछ लईए, उन्हां दा ही एक साथी कहण लगा तूं छड्ड परां, की करना आपां इदां उदां करके। फिर उही घर दे विच सफाई अपने उत्थे बैठे, जो भी उन्होंने अपना करना सी, आपे ही वो गन गुन साफ कर रहे सी। जिहड़ा बंदा कह रहा सी, ਜਿਹੜਾ ਬੰਦਾ ਕਹਿ ਰਿਹਾ ਸੀ ਕਿ ਅਸੀਂ ਪੁੱਛ ਲਈਏ, ਸਾਡੇ ਕੋਲ ਅਸੀਂ ਪੁੱਛ ਸਕਦੇ ਹਾਂ ਹਥਿਆਰਾਂ ਦੇ ਜ਼ੋਰ ਤੇ, ਉਹ ਆਪਣੀ ਰਫਲ ਸਾਫ਼ ਕਰਦਿਆਂ ਹੀ ਪਤਾ ਨਹੀਂ ਜੋ ਵੀ ਉਹ ਵੈਪਨ ਸਾਫ਼ ਕਰ ਰਿਹਾ ਸੀ, ਗੋਲੀ ਚੱਲੀ ਤੇ ਬੰਦਾ ਢੇਰ ਉਸ ਵੇਲੇ। ਥੋੜਾ ਜਿਹਾ ਰੱਖੀਏ ਤੇ ਸਹੀ ਉਸ ਚੀਜ਼ ਦਾ। ਇਸ ਕਰਕੇ ਉਹਨੂੰ ਫਰਮਾਇਆ ਕਿ ਇੰਨਾ ਨਹੀਂ, ਇੰਨੇ ਅਸੀਂ ਉਹਨਾਂ ਨੂੰ ਬਣੀ, ਇੰਨੇ ਸਿੱਧੇ ਅਸੀਂ ਹੈ ਵੀ ਨਹੀਂ, ਕੋਈ ਵੀ ਨਹੀਂ ਸਾਡੇ 'ਚ ਇੰਨਾ ਸਿੱਧਾ ਕਿ ਜਿਹੜਾ ਬਿਲਕੁਲ ਹੀ ਉਸ ਚੀਜ਼ ਨੂੰ ਕਰ ਲੇ। ਜਦੋਂ ਅਸੀਂ ਢਿੱਲ ਛੱਡਦੇ ਹਾਂ, ਢਿੱਲ ਆਪ ਹੀ ਜਦੋਂ ਕਹਿੰਦੇ ਨੇ ਲੈ ਜੀ ਮਾਰ ਦਿਓ ਜੀ ਮਾਰ ਦਿਓ, ਤੇ ਫਿਰ ਤੇ ਬਈ ਜਿਹਦਾ ਉਹਨੇ ਕਰਨਾ ਹੀ ਹੈ, ਜਿਹਨੇ ਕੰਮ ਕਰਨ ਵਾਲੇ ਨੇ। ਇਸ ਕਰਕੇ ਉਹਨੇ ਫਰਮਾਇਆ ਕਿ ਤੂੰ ਵੀ ਚਤਰਾ ਗੁਰੂ का प्यारा, उन संग रहो गुरु चरण समाए, उनको भी इस भांत भलाई तेरी भगती ना थकती जाए। ਕਹਿੰਦੇ ਉਹਨਾਂ ਦਾ ਵੀ ਭਲਾ ਕਰਨਾ ਵਾ, ਅਸੀਂ ਸਾਨੂੰ ਕਿਸੇ ਨਾਲ ਦੁਸ਼ਮਣੀ ਨਹੀਂ ਆ, ਪਰ ਤੂੰ ਵੀ ਨਾ ਕਿਤੇ ਗੁਰੂ ਦੇ ਚਰਨਾਂ ਤੋਂ ਪਿੱਛੇ ਹੋ ਜਾਏ, ਕਿਤੇ ਉਹ ਨਾ ਕਿਤੇ ਤੂੰ ਹੀ ਕਰਦਾ ਉਹਨਾਂ ਨੂੰ ਸੰਭਾਲਦਾ ਆਪ ਹੀ ਬੇਮੁਖ ਹੋ ਜਾਵੇਂ। ਕਿਉਂ ਕਈ ਵਾਰੀ ਹੁੰਦਾ ਐਸਾ।
बड़े बच्चे ऐसे दसते ने कि कई बार असीं सुनते ही इसे करके हैं जां कोई ऐसियां चीज़ां कि असीं कहने कि नहीं नहीं साडे च बड़ी ताकत है, कोई गल नहीं, असीं सानूं तो पता ही है, सानूं तो पता ही है ऐसा। पर पता नहीं किहड़े किहड़े करदਿਆਂ करदਿਆਂ किहड़े वेले वो जिहड़ी चीज़ जिहड़ी है डंग वज जांदा है ते बंदा जिहड़ा आ किते ना किते पहुंच जांदा है। इस करके अपना ध्यान आप रखना है, कोई एड्डी जोर जमाशी नहीं करनी। सानूं जिथे गुरु का वचन आ गया उत्थे बस नमस्कार है, उस तो अगे आपां की करना है? किसी नाल बल्ले बल्ले जान के किसी नाल जे पहली गल तो ही उस चीज़ ते ही रुक जाइए, जदों सानूं कोई हल्लाशेरी दे रहा है गुरु के वचन तो बाहर जाने वास्ते, तो असीं उत्थे ही उहदा एक्शन लै लीए तो फिर उस चीज़ की अगे वाधी नहीं हुंदी। जो असीं ढिले पै जाने आ तो फिर बई हौली हौली धक्का वजदा वजदा अगला सानूं पता नहीं किहड़े वेले घरों बाहर कढ दिंदा, फिर दोष असीं गुरु नूं दिंदे आ, गुरु ने इदां नहीं कीता, गुरु ने उदां नहीं कीता। इस करके अपना ध्यान जिस तरह बार बार आ रहा है कि उस चीज़ का ध्यान रखना। हाँ जी अगे बेटे। जो बेमुख गुरु भगति नाम से कोई तरह काबू नहीं पाए। हुण देखो किहड़े प्यार दे नाल समझा रहे ने। मैं पहला कहा सी बड़ी सरल बाणी, कोई ऐसा नहीं कोई समझ नहीं आने वाली। सार बचन का यह शब्द है जिस तरह उन्होंने अगे पढ़िया है, जो मर्जी आप घर दे बैठ के भी पढ़ सकते हैं। बड़ी एक तरीके वाइज सानू समझा रहे हैं। हुण पहला उन्होंने फरमाया कि उनको भी इस भांत भलाई तेरी भगती ना तकती जाए। हुण कहंदे जो बेमुख गुर भगती नाम से, एक तो होंगे ना सत्संगी होंगे ने, कई बार समझ नहीं लगती एवं कोई कही जाता मैं फलाने गुरु नूं मनदा, कोई कहता मैं फलाने नूं मनदा, तो चलो उन्होंने दे विच भी थोड़ी तकरार हो जाती। पर कई बार उन्होंने जिहड़ा वचन वरत्या कि जो बेमुख गुरु भगती से, जिहड़ा बेमुख आ गुरु भगती तो उन्होंने गुरु भगती की कोई शो ही नहीं लगी, उन्होंने पता ही नहीं लगा कि गुरु भगती हुंदी की है। क्योंकि सतगुरां ने मना नहीं किया। गुरु महाराज ने एक सत्संग च फरमाया सी, कोई कहता मैं माता नूं मनदा, कोई कहता मैं शिव जी नूं मनदा। गुरु महाराज ने फरमाया मन लो किसी नूं भी, मन ते लो किसी नूं मन लो। पर असीं ते अपने मतलब लई चले हैं। जिस तरह मैं पिछे भी एक सत्संग दस्सिया सी, कोई बच्चे का जिक्र किया सी, वो पहला कहन लगा कि मैं फलाने नूं, मैं पहला कोई गल होई कहन लगा मैं तो बड़े मान ना कि मेरे को आए, कोई झगड़ा हो तो मैनू कह लगे कि इस तरह मैं तो गुरु महाराज जी नहीं मानता, मैं तो गुरु महाराज जी आपे मेरा निर्णय करनगे। जो मैं गल सुनी उस बच्चे का ही कसूर से, जोड़ा बच्चा मेरे को आया सी, मैं कह दिता कि नहीं बेटे तेरा कसूर आ, तू इत्थे गलत है। वो बच्चा उस वेले घूम गया, उस वेले कह लगा ना 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 ना, ना मैनू मैं इस तरह नहीं, उस तरह करके कहता मैं नहीं किसी को मनता, मैं नहीं किसी को इस तरह। फिर उन्हें बच्चे कह लगा, बेटी सी कोई कह लगी मैं तो माता जी को मनती हाँ, मैं तो माता जी मेरा फैसला करनगे। फिर मैनू थोड़े दिन पहला ही गलबात हुई सी, मैं उन्होंने भी कहता, मैं बेटे अज परसों बैठे सन तो माता जी ने तेनों की कहा कि किसी ने बहसना नहीं है, किसी ने गल नहीं करनी, तो हुण तू इन्ना बहसी, तो भाई माता जी ने भी तेनों उही समझाया जो मैं तेनों कह रहा हूँ। फिर पलटी, फिर कह लगी ना 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 गुरु महाराज का स्वरूप लगा सी, कहती बस मेरा कोई नहीं है दुनिया से, मेरे तो बस उ गुरु महाराज जी ने। मैं कहा हुण ठीक है, हुण तो पता ही है, हुण तो इस तो अगे कोई गल नहीं होनी। मन एडियां वो चंबियां जिस तरह पिछे वचन आए सी कि ऐसे ऐसे वो वचन करते हैं कि मन को भरमा के रख देंगे। जिन्होंने होर कुछ नहीं लगता वो अपने वो पहला जी पहला गुरु महाराज जी ने मैनू आ हुक्म लाया सी, एक पासे पढ़ी भी जाते हैं, उन्होंने बाणी भी पढ़ा, कहते कि वक्त गुरु को पूज तेरे भले की कहूँ, सुनाई भी जाने, सुनी भी जाने, करी भी जाने, फिर कहोगे मैनू फलाने टाइम का हुक्म है। जे असी भगती हुण भगती दी आई कि जिन्हों गुर भगती का पता ही नहीं लगा हजे, हुण कहा कि जो बेमुख गुर भगती नाम से कोई तरह काबू नहीं पाए। कि कई बार इस तरह का साडे जीवन च ऐसा आ जाता, असीं कहने नहीं यार गल ही नहीं बनती यार। मैं हर तरह देख लिया, मतलब पिछां हट के गांह वध के समझा के जां करके गल नहीं बनती यार, मेरी पेश नहीं जाती, की करा। हुण उहदा अगे जवाब दे रहे हैं कि जे बिल्कुल ही ऐसा कोई आ जाए कि जिथे सानू समझ ही नहीं लग रही कि की करना, काबू च नहीं कोई ऐसा कोई जीव जिहड़ा कि साडे आ रहा, जिहड़ा सानू थल्ले थल्ले धक्के भी जा रहा, सुट्टी भी जा रहा, तो साडी कोई पेश नहीं जा रही, उहदे बारे दस रहे हैं। फरमाया कि फिर पढ़ियो बड़े करी, जो बेमुख गुर भगति नाम से कोई तरह काबू नहीं पाए। हाँ जी, तो जुगती से दीन विधि से
ਛੋੜ ਚਲੋ ਸੰਗ ਦੋਸ ਨ ਤਾਹੇ। ਹੁਣ ਦੇਖੋ ਕਿੱਡਾ ਕਲੀਅਰ ਸਾਨੂੰ ਸਮਝਾ ਦਿੱਤਾ ਬੜੇ ਪਿਆਰ ਦੇ ਨਾਲ। ਕਿਸੇ ਨਾਲ ਲੜਾਈ ਝਗੜੇ ਵਾਸਤੇ ਨਹੀਂ ਆਖਿਆ ਉਹਨਾਂ ਨੇ। ਇਹ ਨਹੀਂ ਕਿਹਾ ਕਿ ਉਹਦਾ ਸਿਰ ਪਾੜ ਦੋ ਫੜ ਕੇ, ਉਹਦਾ ਫਲਾਣੇ ਦਾ ਉਹਨੂੰ ਇਸ ਤਰ੍ਹਾਂ ਕਰ ਲਓ, ਕਿਉਂਕਿ ਸਤਿਗੁਰਾਂ ਦਾ ਮਾਰਗ ਨਹੀਂ ਹੈਗਾ ਇਹ ਵਾਲਾ। ਸਮਝਾਉਂਦੇ ਨੇ ਸਾਨੂੰ ਇੱਕ ਪਿਆਰ ਦੇ ਨਾਲ ਕਿ ਬਈ ਢੰਗ ਹੈਗੇ ਨੇ ਉਹਦੇ। ਉਹਨਾਂ ਨੇ ਕਿਹਾ ਕਿ ਕੱਚੇ ਅਸੀਂ ਆ, ਕੋਈ ਤਾਕਤਵਰ ਨਹੀਂ ਹੈਗਾ, ਅਸੀਂ ਕਮਜ਼ੋਰ ਬਣੇ ਪਏ ਆ। ਤੁਸੀਂ ਗੁਰੂ ਦਾ ਬਲ ਲੈ ਕੇ ਤਗੜੇ ਹੋਵੋ, ਕਿਹੜਾ ਤੁਹਾਨੂੰ ਕੋਈ ਗਿਰਾ ਸਕਦਾ ਹੈ। ਤੇ ਉਹਨਾਂ ਨੇ ਕਿਹਾ ਕਿ ਜੋ ਬੇਮੁਖ ਗੁਰ ਭਗਤੀ ਨਾਮ ਸੇ ਕੋਈ ਤਰੇ ਕਾਬੂ ਨਹੀਂ ਪਾਏ, ਤੋ ਜੁਗਤੀ ਸੇ ਦੀਨ ਵਿਧि ਸੇ। ਦੀਨ ਮਤਲਬ ਕਿ ਨਿਮਰਤਾ ਦੇ ਨਾਲ, ਦੀਨ ਵਿਧि ਸੇ ਕੋਈ ਹੋਰ ਤਰ੍ਹਾਂ ਦਾ ਕੋਈ ਲੜਨਾ ਝਗੜਨਾ ਨਹੀਂ ਕਿਸੇ ਨਾਲ ਕਿ ਜੇ ਸਾਨੂੰ ਕੋਈ ਕਰ ਰਿਹਾ। ਕਹਿੰਦੇ ਤੋ ਜੁਗਤੀ ਸੇ ਦੀਨ ਵਿਧि ਸੇ ਛੋੜ ਚਲੋ ਸੰਗ ਦੋਸ਼ ਨਾ ਤਾਏ। ਛੱਡ ਦੋ ਉਹਨੂੰ, ਹੱਥ ਜੋੜ ਦੋ ਕਿ ਭਾਈ ਸਾਹਿਬ ਤੁਹਾਡਾ ਰਸਤਾ ਠੀਕ ਹੈ, ਤੁਸੀਂ ਜੋ ਕਹਿੰਦੇ ਹੋ ਤੁਸੀਂ ਠੀਕ ਹੋਗੇ, ਪਰ ਬਈ ਮੇਰੇ ਨਾਲ ਨਹੀਂ ਕੋਈ ਗੱਲ ਕਰਨ ਦੀ ਲੋੜ ਹੈ। ਤੁਹਾਨੂੰ ਤੁਹਾਡਾ ਰਸਤਾ ਮੁਬਾਰਕ ਹੈ, ਤੁਹਾਨੂੰ ਤੁਹਾਡੇ ਬਚਨ ਮੁਬਾਰਕ ਨੇ, ਤੁਹਾਨੂੰ ਸਭ ਕੁਝ ਤੁਹਾਡਾ ਮੁਬਾਰਕ ਹੈ, ਪਰ ਬਈ ਮੈਨੂੰ ਮੇਰਾ ਨੁਕਸਾਨ ਨਾ ਕਰੋ। ਹੱਥ ਜੋੜ ਕੇ ਕਹਿੰਦੇ ਪਿਛਾਂਹ ਹਟ ਜਾਓ। ਕਹਿੰਦੇ ਛੋੜ ਚਲੋ ਸੰਗ ਦੋਸ਼ ਨਾ ਤਾਹੇ। ਕਹਿੰਦੇ ਤੁਹਾਨੂੰ ਕੋਈ ਦੋਸ਼ ਨਹੀਂ ਲੱਗੇਗਾ। ਪਰ ਜੇ ਸਾਨੂੰ ਕੰਨਾਂ ਦਾ ਸਵਾਦ ਹੈ, ਚਸਕਾ ਹੈ ਗੱਲਾਂ ਸੁਣਨ ਦਾ ਕਿ ਨਹੀਂ ਵੇਖੋ ਤੇ ਸਹੀ ਸੁਣ ਕੇ ਕੀ ਕਹਿੰਦੇ ਕੀ ਹੈ, ਵੇਖੋ ਤੇ ਸਹੀ ਕਰਦੇ ਕੀ ਹੈ, ਤੇ ਫਿਰ ਅਸੀਂ ਜਾਣ ਬੁੱਝ ਕੇ ਆਪਣਾ ਨੁਕਸਾਨ ਕਰ ਰਹੇ ਹਾਂ, ਫਿਰ ਕੌਣ ਬਚਾਏਗਾ। ਕਹਿੰਦੇ ਨਾ ਆਪ ਫਸੜੀ ਤੈਨੂੰ ਕੌਣ ਛਡਾਵੇ। ਜਿਹੜਾ ਆਪ ਸਿਰ ਦੇ ਰਿਹਾ ਉਗਲੀ 'ਚ ਉਹਨੂੰ ਕੌਣ ਛਡਾ ਲੇਗਾ। ਜਿਹੜਾ ਆਪ ਕਿਤੇ ਚੜ ਕੇ ਛਾਲ ਮਾਰ ਰਿਹਾ ਖੂਹ 'ਚ ਤੇ ਕਹਿੰਦਾ ਕਿ ਮੈਨੂੰ ਗੁਰੂ ਬਚਾਊਗਾ, ਗੁਰੂ ਬਚਾਊਗਾ, ਤੇ ਬਈ ਕੋਈ ਗੁਰੂ ਵਿਹਲਾ ਨਹੀਂ ਇਸ ਚੀਜ਼ ਨੂੰ ਬਚਾਉਣ ਵਾਸਤੇ। ਗੁਰੂ ਨੇ ਸਾਨੂੰ ਸਭ ਕੁਛ ਦਿਮਾਗ ਦਿੱਤਾ ਹੈ, ਧਿਆਨ ਦਿੱਤਾ ਹੈ, ਗੁਰੂ ਦੇ ਬਚਨ ਸਾਡੇ ਨਾਲ ਨੇ, ਧਿਆਨ ਆਪਣਾ ਆਪ ਰੱਖਣਾ ਹੈ। ਤੇ ਉਹਨਾਂ ਨੇ ਫਰਮਾਇਆ ਹੈ ਕਿ ਜੁਗਤੀ ਦੇ ਨਾਲ ਦੀਨ ਵਿਧि ਸੇ। ਲੜਾਈ ਕਿਸੇ ਨਾਲ ਨਹੀਂ ਸਾਡੀ, ਕਿਸੇ ਨਾਲ ਨਹੀਂ। ਹਰ ਇੱਕ ਦਾ ਕੋਈ ਕਿਤੇ ਜਾ ਰਿਹਾ, ਕੋਈ ਕਿਸੇ ਨੂੰ ਮੰਨ ਰਿਹਾ, ਕੋਈ ਜੋ ਕਹਿ ਰਿਹਾ ਹੈ, ਠੀਕ ਹੈ, ਆਪਣਾ ਆਪਣਾ ਤਰੀਕਾ ਹੈ। ਪਰ ਤੁਸੀਂ ਆਪਣਾ ਤਰੀਕਾ ਦੇਖੋ ਕਿ ਤੁਸੀਂ ਗੁਰੂ ਦੇ ਵਚਨਾਂ ਦੇ ਮੁਤਾਬਕ ਚੱਲ ਰਹੇ ਹੋ ਕਿ ਨਹੀਂ ਚੱਲ ਰਹੇ। ਜੇ ਉਹਦਾ ਤਰੀਕਾ ਤੁਹਾਡੇ ਮੁਤਾਬਕ ਨਹੀਂ ਹੈਗਾ, ਜਾਂ ਜੇ ਹੈਗਾ ਹੈ ਤੇ ਨਾਲ ਚੱਲਣਾ, ਨਹੀਂ ਹੈਗਾ ਤੇ ਵੀ ਹੱਥ ਜੋੜਦੀ ਹਨ। ਕਹਿੰਦੇ ਸੰਗ ਛੋੜ ਦਿਓ ਦੋਸ਼ ਨਾ ਤਾਏ। ਉਹਨਾਂ ਦਾ ਸੰਗ ਛੱਡ ਦਿਓ। ਐਸੇ ਸਖਤ ਪੁਰਸ਼ਾਂ ਦਾ, ਉਹਨਾਂ ਦੇ ਕੋਲ ਖਲੋਣਾ, ਉਹਨਾਂ ਦੇ ਕੋਲ ਬਹਿਣਾ, ਉਹਨਾਂ ਦੀ ਗੱਲ ਸੁਣਨੀ, ਭਾਵੇਂ ਕੋਈ ਵੀ ਹੈ। ਮੈਂ ਕਈ ਵਾਰੀ ਗੁਰੂ ਮਹਾਰਾਜ ਦੇ ਸੇਵਾਦਾਰਾਂ ਨੂੰ ਜਦੋਂ ਕਰਦਾ, ਮੈਨੂੰ ਕਈ ਵਾਰੀ ਬੱਚੇ ਦੱਸਦੇ ਆ, ਉਹ ਗੁਰੂ ਮਹਾਰਾਜ ਜੀ ਉਹ ਪੁਰਾਣਾ ਸਤਸੰਗੀ ਆ ਨਾ, ਉਹਨੂੰ ਬੜੀ ਨੌਲੇਜ ਹੈ। ਉਹ ਬਈ ਢੱਠੇ ਖੂਹ 'ਚ ਪਈ ਨੌਲੇਜ ਐਸੀ ਜਿਹੜੀ ਸਾਨੂੰ ਸਾਡੇ ਗੁਰੂ ਤੋਂ ਪਿਛਾਂਹ ਕਰੀ ਜਾਂਦੀ ਪਈ, ਅਸੀਂ ਕੀ ਲੈਣਾ ਉੱਤੋਂ। ਉਹ ਤੁਹਾਡੀ ਕੁਛ ਬਣਾ ਦੇਗੀ, ਉਹਦੀ ਨੌਲੇਜ ਤੁਹਾਡਾ ਕੁਛ ਸਵਾਰ ਦੇਗੀ, ਜਿੰਨੀ ਮਰਜ਼ੀ ਕੋਈ ਹੋਵੇ। ਇਹ ਬੁੱਧੀ ਦਾ ਮਾਰਗ ਨਹੀਂ ਹੈਗਾ, ਸਤਿਗੁਰਾਂ ਦੀ ਦਇਆ ਦਾ ਮਾਰਗ ਹੈ। ਜਦੋਂ ਤੱਕ ਉਹਨਾਂ ਦੀ ਕਿਰਪਾ ਨਹੀਂ ਹੋਏਗੀ, ਉਦੋਂ ਤੱਕ ਗੱਲ ਨਹੀਂ ਬਣਨੀ, ਤੇ ਕਿਰਪਾ ਉਹਨਾਂ ਦੇ ਬਚਨਾਂ 'ਚ ਹੋਣੀ ਹੈ। ਉਹਨਾਂ ਦਾ ਹੁਕਮ ਮੰਨਣਾ ਹੈ ਅਸੀਂ, ਜੋ ਮਰਜ਼ੀ ਆ। ਔਰ ਮੈਂ ਕਈ ਵਾਰੀ ਇਹ ਦੱਸਿਆ ਹੈ ਕਿ ਕੋਈ ਸਤਿਗੁਰਾਂ ਨੇ ਸਾਨੂੰ ਐਡਾ ਹੁਕਮ ਨਹੀਂ ਲਾਇਆ। ਬੜੇ ਬੜੇ ਭਗਤੀ ਲੋਕੀ ਕਰਦੇ ਨੇ, ਤਪੱਸਿਆ ਕਰਦੇ ਨੇ, ਚੌਂਕੜੇ ਮਾਰ ਕੇ ਬੈਠੇ ਰਹਿੰਦੇ ਨੇ। ਇੰਨੇ ਸਤਿਗੁਰਾਂ ਦੇ ਬੱਚੇ ਬੈਠੇ, ਕੋਈ ਦੱਸੇ ਮੈਨੂੰ ਕਿ ਜਿਹਨੂੰ ਗੁਰੂ ਮਹਾਰਾਜ ਜੀ ਨੇ ਕੋਈ ਬੜਾ ਠੋਸ ਐਸਾ ਹੁਕਮ ਲਾਇਆ ਹੋਵੇ ਕਿ ਤੂੰ ਇੰਨੀ ਦੇਰ ਚੌਂਕੜਾ ਮਾਰ ਕੇ ਬਹਿਣਾ, ਜਾਂ ਇੰਨੀ ਦੇਰ ਤੂੰ ਭਗਤੀ ਕਰਨੀ ਹੈ, ਜਾਂ ਇਸ ਤੋਂ ਬਗੈਰ ਗੱਲ ਨਹੀਂ ਬਣਨੀ। ਇੱਕੋ ਹੀ ਉਹਨਾਂ ਨੇ ਗੱਲ ਕਿਹਾ ਸੀ ਸਿਰਫ ਕਿ ਪ੍ਰੇਮ ਕਰ। ਗੁਰ ਭਗਤੀ ਜਿਹੜੀ ਆ ਉਹਦੀ ਪੂਰੀ ਹੋਣੀ ਚਾਹੀਦੀ ਹੈ। ਬਾਕੀ ਚੀਜ਼ਾਂ ਗੁਰੂ ਆਪੇ ਬਖਸ਼ ਦੂਗਾ ਸਭ ਕੁਝ। ਨਹੀਂ ਤੇ ਬੜੇ ਬੜੇ ਤਪੱਸਿਆ ਕਰਨ ਵਾਲੇ ਜਿਹੜੇ ਰਿਸ਼ੀ ਮੁਨੀ ਸੀ, ਇੱਕ ਮਿੰਟ ਨਹੀਂ ਲੱਗਾ, ਹਜ਼ਾਰਾਂ ਵਰਸ਼ਾਂ ਦਾ ਤਪੱਸਿਆ ਜਿਹੜੀ ਸੀ, ਇੱਕ ਮਾੜੀ ਜਿਹੀ ਠੋਕਰ ਵੱਜੀ ਤੇ ਉਹ ਗਈ ਸਾਰੀ। ਪਰ ਜਿਹਨੇ ਗੁਰ ਭਗਤੀ ਕਮਾ ਲਈ, ਜਿਹਨੂੰ ਆਪਣੇ ਗੁਰੂ ਦਾ ਕਵਚ ਮਿਲ ਗਿਆ, ਉਹ ਬਈ ਭਾਵੇਂ ਉਹਨੇ ਕੁਛ ਕੀਤਾ ਨਹੀਂ ਕੀਤਾ, ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਗੁਰੂ ਦੇ ਹੁਕਮ ਦੀ ਲੋੜ ਹੈਗੀ ਹੈ, ਗੁਰੂ ਦੇ ਬਚਨ ਦੀ ਲੋੜ ਹੈ। ਬਸ ਜੋ ਬਚਨ ਦੇ ਵਿੱਚ ਹੈ, ਤੇ ਕੋਈ ਕਿਸੇ ਚੀਜ਼ ਦੀ ਉਹਨੂੰ ਹੋਰ ਕਿਸੇ ਦੀ ਨਹੀਂ ਹੈ। ਹਾਂਜੀ ਬੇਟੇ, ਫਿਰ ਪੜ੍ਹਨਾ ਚਾਹੁੰਦਾ। ਜੋ ਬੇਮੁਖ ਗੁਰ ਭਗਤੀ ਨਾਮ ਸੇ ਕੋਈ ਤਰੈ ਕਾਬੂ ਨਹੀਂ ਪਾਏ, तो जुगती से दीन विधि से सोड़ चलो संग दोष न ताहे। हाँ जी। जो सन्मुख गुर भगति नाम से होए कदाचित मेल मिलाए। राधा स्वामी कहत बनाई बहुर बहुर तू
भगति कमाए, भगति न छूटे कोई जुगत से, नहीं तो बहु बिद रहो पछताए। राधा ਹੁਣ ਸਤਿਗੁਰ ਪੂਰੇ ਦਾ ਪੂਰਾ ਭੇਦ ਦੇ ਕੇ ਸਾਨੂੰ ਫਰਮਾ ਰਹੇ ਨੇ ਕਿ ਜੋ ਸਨਮੁਖ ਗੁਰ ਭਗਤੀ ਨਾਮ ਸੇ ਹੋਏ ਕਦਾਚਿਤ ਮੇਲ ਮਿਲਾਏ, ਰਾਧਾ ਸੁਆਮੀ ਕਹਿਤ ਬਨਾਈ ਬਹੁਰ ਬਹੁਰ ਤੂੰ ਭਗਤੀ ਕਮਾਏ। ਬਸ ਐਸੇ ਗੁਰ ਭਗਤੀ ਵਾਲੇ ਕੋਈ ਸਿੱਖ ਉਹਨਾਂ ਦੇ ਸਨਮੁਖ ਰਹਿਣਾ ਹੈ, ਜਿਨ੍ਹਾਂ ਨੂੰ ਗੁਰੂ ਦੀ ਭਗਤੀ ਦਾ ਕੁਝ ਪਤਾ ਹੈ। ਜਿਹੜਾ ਕੋਈ ਥੋੜ੍ਹੀ ਬਹੁਤੀ ਵੀ ਉਸ ਚੀਜ਼ ਬਾਰੇ ਕੋਸ਼ਿਸ਼ ਕਰ ਰਿਹਾ ਹੈ, ਐਸੇ ਜਿਹੜੇ ਆ ਸਿੱਖ, ਉਹਨਾਂ ਦੇ ਨਾਲ ਜਿਹੜਾ ਮੇਲ ਮਿਲਾਉਣਾ ਹੈ, ਉਹਦੇ ਨਾਲ ਬੈਠਣਾ, ਉਹਦੇ ਨਾਲ ਖਲੋਣਾ, ਉਹਦੇ ਨਾਲ ਹੀ ਚੱਲਣਾ। ਕਿਉਂਕਿ ਉਹਨਾਂ ਨੇ ਕਿਹਾ ਕਿ ਪਰਦਾ ਜਿਹੜਾ ਸਾਡਾ ਖੁੱਲ੍ਹਣਾ ਹੈ ਜਾਂ ਸਾਨੂੰ ਕੋਈ ਥੋੜ੍ਹੀ ਬਹੁਤੀ ਅੱਗੇ ਜਿਹੜੀ ਤਰੱਕੀ ਮਿਲਣੀ ਹੈ, ਉਹ ਸੰਗਤ ਦੇ ਵਿੱਚ ਮਿਲਣੀ, ਸਾਧ ਸਮਾਗਮ ਹੈ। ਜਦੋਂ ਤੱਕ ਸਾਨੂੰ ਵਾਤਾਵਰਨ ਉਹੋ ਜਿਹਾ ਨਹੀਂ ਮਿਲ ਰਿਹਾ, ਉਦੋਂ ਤੱਕ ਬੀਜ ਜਿਹੜਾ ਆ ਔਂਕਰ ਨਹੀਂ ਮਾਰੇਗਾ, ਚੱਲੇਗਾ ਨਹੀਂ ਅੱਗੇ। ਇਸ ਕਰਕੇ ਸਭ ਤੋਂ ਜ਼ਰੂਰੀ ਪਹਿਲਾਂ ਜਿਹੜਾ ਸਟਾਰਟਿੰਗ ਦਾ ਕੰਮ ਇਹ ਵਾਲਾ ਵਾ, ਪਹਿਲਾਂ ਉਹ ਬੀਜ ਜਿਹੜਾ ਆ ਉਹਨੂੰ ਅੱਛੀ ਤਰ੍ਹਾਂ ਬੀਜਣਾ, ਉਹਦੀ ਧਿਆਨ ਰੱਖਣਾ, ਜੋ ਉਹਨੂੰ ਜਿਸ ਤਰ੍ਹਾਂ ਦਾ ਵਾਤਾਵਰਨ ਚਾਹੀਦਾ। ਇੱਕ ਵਾਰੀ ਉਹ ਪੁੰਗਰ ਪਿਆ ਤੇ ਬਈ ਫਿਰ ਅਗਲੀ ਜਿਹੜੀ ਕੰਮ ਆ ਉਹ ਤਾਂ ਸਤਿਗੁਰਾਂ ਦਾ ਸਾਰਾ ਹੀ ਅੱਗੇ ਉਹ ਦਇਆ ਕਰਕੇ ਕਿਰਪਾ ਕਰਕੇ ਬਈ ਆਪ ਹੱਥ ਰੱਖ ਕੇ ਇਹਨੂੰ ਲੈ ਕਰ ਦਿੰਦੇ। ਪਰ ਅਜੇ ਤੱਕ ਤੇ ਉਹ ਚੀਜ਼ ਨਹੀਂ, ਜਦੋਂ ਪੂਰੀ ਦੀ ਪੂਰੀ ਚੱਲ ਹੀ ਨਹੀਂ ਰਹੀ ਹੈ। ਇਸ ਕਰਕੇ ਫਰਮਾਇਆ ਕਿ ਜੋ ਸਨਮੁਖ ਗੁਰ ਭਗਤੀ ਨਾਮ ਸੇ ਹੋਏ ਕਦਾਚਿਤ ਮੇਲ ਮਿਲਾਏ, ਰਾਧਾ ਸੁਆਮੀ ਕਹਿਤ ਬਨਾਈ ਬਹੁਰ ਬਹੁਰ ਤੋਂ ਭਗਤੀ ਕਮਾਵੇ। ਜੇ ਐਸਾ ਕੋਈ ਸੰਗ ਬਣ ਗਿਆ ਤੇ ਬਈ ਉਹਨੂੰ ਫਿਰ ਛੱਡਣਾ। ਬਹੁਰ ਬਹੁਰ ਮਤਲਬ ਕਿ ਹਰ ਟਾਈਮ, ਮਤਲਬ ਇੱਕ ਤਾਂ ਭਗਤੀ ਹੁੰਦੀ ਹੈ ਕਿ ਸਵੇਰੇ ਬੈਠੇ ਆ ਕੋਈ ਨਾਮ ਜਪਣ ਵਾਸਤੇ 1 ਘੰਟਾ 2 ਘੰਟੇ ਬਹਿ ਗਏ ਜਾਂ ਸ਼ਾਮ ਨੂੰ ਬਹਿ ਗਏ। ਇੱਕ ਹੁੰਦਾ ਕਿ ਸਾਰਾ ਦਿਨ, ਜਿਸ ਨਾਲ ਕਿਹਾ ਖਾਤੇ ਪੀਤੇ ਚਲਤੇ ਫਿਰਤੇ ਸੋਵਤ ਜਾਗਤ ਬਿਸਰ ਨਾ ਜਾਤ। ਕੋਈ ਬੰਦਾ ਚਾਹੁੰਦਾ ਐਸਾ ਕਿ 1 ਘੰਟਾ ਕਿਤੇ ਬੁਲਟ ਟ੍ਰੇਨ ਦੇ ਵਿੱਚ ਘੁੰਮੇ ਤੇ ਬਾਅਦ ਜਿਹਨੂੰ ਕੋਈ ਖਤਰਾ ਹੋਵੇ ਤੇ ਉਹ ਬਾਅਦ ਚ ਕਵੇ ਨਹੀਂ ਹੁਣ ਮੈਨੂੰ ਕੋਈ ਖਤਰਾ ਨਹੀਂ ਹੈਗਾ। ਖਤਰਾ ਤੇ ਹਮੇਸ਼ਾ ਹੀ ਸਾਡੇ ਸਿਰ ਤੇ ਮੰਡਰਾਉਂਦਾ ਰਹਿੰਦਾ। ਅਸੀਂ ਹਮੇਸ਼ਾ ਹੀ ਉਸੇ ਕਵਚ 'ਚ ਰਹਿਣਾ ਹੈ, ਹਮੇਸ਼ਾ ਹੀ ਉਸੇ ਗੁਰੂ ਦੇ ਧਿਆਨ 'ਚ ਰਹਿਣਾ ਹੈ, ਗੁਰੂ ਦੇ ਡਰ 'ਚ ਰਹਿਣਾ ਹੈ ਕਿ ਕੋਈ ਵੀ ਐਸੀ ਕੋਈ ਗਲਤੀ ਨਾ ਹੋਵੇ ਕਿ ਜਿਹੜਾ ਸਾਡਾ ਕੋਈ ਨੁਕਸਾਨ ਹੋਵੇ ਕਿਸੇ ਤਰ੍ਹਾਂ ਦਾ। ਤੇ ਅੱਗੇ ਫਰਮਾਇਆ ਕਿ ਭਗਤੀ ਨਾ ਛੂਟੇ ਕੋਈ ਜੁਗਤ ਸੇ, ਕਹਿੰਦੇ ਜੋ ਮਰਜ਼ੀ ਹੋਵੇ, ਹੋਰ ਜੋ ਮਰਜ਼ੀ ਬਣੇ ਨਾ ਬਣੇ ਕੋਈ ਵੀ ਹੈ, ਪਰ ਤੇਰੀ ਭਗਤੀ ਨਾ ਛੁੱਟੇ। ਜੇ ਭਗਤੀ ਛੁੱਟ ਗਈ ਤੇ ਫਿਰ ਮਤਲਬ ਕਿ ਆਉਣ ਜਾਣ ਦਾ ਜਿਹੜਾ ਮਨੋਰਥ ਸੀ ਜਿਹੜਾ ਉਹ ਬਈ ਖਤਮ ਹੋ ਗਿਆ ਸੀ। ਜਿਹੜਾ ਇੰਨਾ ਮੁਸ਼ਕਲ ਨਾਲ ਜਿਹੜਾ ਦੁਰਲਭ ਦੇ ਜਿਹੜੀ ਮਿਲੀ ਸੀ ਉਹ ਅਸੀਂ ਐਵੇਂ ਹੀ ਗਵਾ ਲਈ। ਹੋਰ ਤੇ ਬਾਕੀ ਕੰਮ ਕਰ ਲਏ, ਸਾਰੇ ਰੱਖ ਲਏ, ਲੋਕਾਂ ਦੇ ਜਿਹੜੇ ਸੀ ਮਾਣ ਤਾਣ ਜਿਹੜੇ ਸੀ, ਪਰ ਆਪਣਾ ਜਿਹੜਾ ਸੀ ਆਪ ਗਵਾ ਲਿਆ। ਆਪਣਾ ਆਪ ਜਿਸ ਤਰ੍ਹਾਂ ਸਾਨੂੰ ਫਰਮਾਇਆ ਸੀ ਕਿ ਬਈ ਝੁੱਗੀ ਨੂੰ ਅੱਗ ਲਾ ਕੇ ਹੱਥ ਤੇ ਸੇਕ ਲਏ, ਪਰ ਬਈ ਝੁੱਗੀ ਤੇ ਜਾਂਦੀ ਰਹੀ ਨਾ। ਥੋੜ੍ਹੀ ਦੇਰ ਵਾਸਤੇ ਖੁਸ਼ੀਆਂ ਕੋਈ ਕਰ ਲਈਆਂ, ਪਰ ਬਹੁਤੇ ਦੇਰ ਵਾਸਤੇ ਜਨਮਾਂ ਦੇ ਚੱਕਰਾਂ 'ਚ ਪੈ ਗਏ, ਭਟਕਣਾ 'ਚ ਪੈ ਗਏ। ਇਸ ਕਰਕੇ ਕਿਹਾ ਕਿ ਭਗਤੀ ਨਾ ਛੂਟੇ ਕੋਈ ਜੁਗਤ ਸੇ, ਨਾ ਹੀ ਤੋਂ ਬਹੁ ਬਿਦ ਰਹੋ ਪਛਤਾਏ। ਕਹਿੰਦੇ ਜੇ ਭਗਤੀ ਉਹ ਛੁੱਟ, ਜਿਸ ਨੇ ਕਿਹਾ ਕਿ ਇਸ ਪੌੜੀ ਸੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਦਾ। ਜੇ ਇੱਕ ਵਾਰੀ ਪੈਰ ਤਿਲ ਗਿਆ ਤੇ ਕਹਿੰਦੇ ਕਿ ਬਈ ਫਿਰ ਜਿਹੜਾ ਆ ਪਛਤਾਉਣਾ ਪੈਂਦਾ ਹੈ। ਇਸ ਕਰਕੇ ਸਤਿਗੁਰਾਂ ਦੇ ਬਚਨ ਜੋ ਨੇ ਉਹਨੂੰ ਹਿਰਦੇ 'ਚ ਵਸਾਈਏ, ਆਪਣੇ ਧਿਆਨ ਦੇ ਕੇ ਰੱਖੀਏ। ਇਹ ਨਹੀਂ ਕਿ ਕੋਈ ਡਿਊਟੀਆਂ ਜਾਂ ਕੋਈ ਬਾਕੀ ਕੰਮ ਨਹੀਂ ਕਰਨੇ। ਸਾਰਾ ਕੁਛ ਹੀ ਮੈਂ ਕਈ ਵਾਰੀ ਦੱਸਿਆ ਹੈ ਕਿ ਸਾਰੇ ਕੰਮ ਕਰਨੇ ਨੇ, ਪਰ ਜਦੋਂ ਖਾਸ ਕਰਕੇ ਜਦੋਂ ਅਸੀਂ ਭਗਤੀ ਵਾਲੇ ਪਾਸੇ ਚੱਲਣਾ ਸ਼ੁਰੂ ਕਰਦੇ, ਮੈਂ ਕਈ ਵਾਰੀ ਕਈ ਬੱਚੇ ਨਾਮ ਲੈਂਦੇ ਨੇ, ਬਾਅਦ ਦੇ ਵਿੱਚੋਂ ਕਈ ਸਵਾਲ ਕਰਦੇ ਨੇ, ਕਈ ਵਾਰੀ ਤੇ ਇਸੇ ਤਰ੍ਹਾਂ ਦੇ ਵੀ ਹੁੰਦੇ ਨੇ। ਉਹ ਕਹਿੰਦੇ ਨੇ ਕਿ ਜਦੋਂ ਦਾ ਨਾਮ ਲਿਆ ਮਨ ਸਗੋਂ ਹੋਰ ਖਰਾਬੀਆਂ ਕਰਨੀਆਂ ਸ਼ੁਰੂ ਹੋ ਗਿਆ, ਮਨ ਨੇ ਹੋਰ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਗੇ ਤੇ ਫਿਰ ਵੀ ਥੋੜ੍ਹਾ ਬਹੁਤਾ ਸਮਝਦਾ ਸੀ ਕਿਸੇ ਗੱਲ ਨੂੰ, ਤੇ ਹੁਣ ਦੀ ਜਦੋਂ ਦਾ ਨਾਮ ਜਪਣਾ ਸ਼ੁਰੂ ਕੀਤਾ ਉਹਨਾਂ ਦਾ ਮਨ ਐ ਕਈ ਚੀਜ਼ਾਂ ਕਰਦਾ। ਮੈਂ ਉਹਨੂੰ ਦੱਸਦਾ ਹੁੰਦਾ ਕਿ ਹਾਂ ਬਿਲਕੁਲ ਹੁੰਦਾ ਇਸ ਤਰ੍ਹਾਂ, ਕਿਉਂਕਿ ਜਦੋਂ ਤੱਕ ਤੁਸੀਂ ਉਸ ਚੀਜ਼ ਤੋਂ ਬਾਹਰ ਹੋ, ਜਿਸ ਤਰ੍ਹਾਂ ਪਿੱਛੇ ਬਚਨ ਆਏ, ਉਦੋਂ ਤੱਕ ਤੇ ਤੁਹਾਨੂੰ ਖਤਰਾ ਹੀ ਕੋਈ ਨਹੀਂ ਹੈਗਾ। ਖਤਰਾ ਤੇ ਉਦੋਂ ਹੀ ਹੈ ਨਾ ਕਿ ਜਦੋਂ ਤੁਸੀਂ ਉਸ ਚੱਕਰ 'ਚੋਂ ਬਾਹਰ ਨਿਕਲਣ ਦੀ ਸੋਚੋਗੇ। ਜਦੋਂ ਤੱਕ ਤੁਸੀਂ ਕਾਲ ਦੇ ਦੇਸ਼ ਦੇ ਵਿੱਚ ਐ ਪੂਰੇ ਉਹਦੇ ਤਰੀਕੇ ਦੇ ਨਾਲ ਖੇਡ ਰਹੇ ਹੋ, ਉਹਦੇ ਤਰੀਕੇ ਦੇ ਨਾਲ ਰੰਗ ਮਾਰਨੇ, ਤੇ ਉਹਨੂੰ ਕੀ ਪਈ ਹੈ ਕਿ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕਰੇ।
ਜਦੋਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਹੁਣ ਮੈਂ ਭਗਤੀ ਕਰਨੀ ਹੈ, ਹੁਣ ਮੈਂ ਇਸ ਜਨਮ ਮਰਨ ਦੇ ਬੰਧਨ ਤੋਂ ਨਿਕਲਣਾ ਆ, ਉਦੋਂ ਫਿਰ ਉਹ ਜਿਹੜੇ ਜਾਲ ਵਿਛਣੇ ਸ਼ੁਰੂ ਹੋਣੇ ਆ ਤੁਹਾਡੇ ਵਾਸਤੇ। ਤੇ ਉਦੋਂ ਸਾਨੂੰ ਗੁਰੂ ਦੇ ਬਚਨਾਂ ਦੀ ਲੋੜ ਹੈ, ਬਸ ਹੋਰ ਕੋਈ ਚੀਜ਼ ਨਹੀਂ। ਇਹ ਨਹੀਂ ਕਿ ਬਾਹਰੋਂ ਅਸੀਂ ਕੋਈ ਬੜਾ ਮਾਣ ਕਰਨਾ ਕਿ ਬੜਾ ਕੋਈ ਹੱਥਾਂ ਨਾਲ ਤਗੜੇ ਹੋ ਜਾਣਾ ਹੈ, ਜਾਂ ਬੜੀਆਂ ਸਾਡੀਆਂ ਫਰਮਾਇਸ਼ਾਂ ਜਾਂ ਬੜਾ ਕੁਛ ਜੀ ਕਿ ਸਾਡੀ ਕੋਈ ਰਕਸ਼ਾ ਕਰ ਲੈਣਗੇ। ਨਹੀਂ, ਸਾਡੀ ਰਕਸ਼ਾ ਹੋਰ ਕਿਸੇ ਨੇ ਨਹੀਂ, ਗੁਰੂ ਦੇ ਬਚਨ ਨੇ ਰਕਸ਼ਾ ਕਰਨੀ ਹੈ। ਮੈਂ ਹਮੇਸ਼ਾ ਇਸੇ ਕਰਕੇ ਕਹਿੰਦਾ ਰਹਿਣਾ ਹੈ, ਮਾਣ ਕਰਨਾ ਹੈ ਤੇ ਬਈ ਗੁਰੂ ਤੇ ਕਰੋ, ਕਿਸੇ ਚੀਜ਼ ਦਾ ਹੋਰ ਮਾਣ ਨਾ ਕਰੋ। ਐਸਾ ਵੀ ਸਾਰੇ ਮਾਣ ਐ ਬਸ ਚੁਟਕੀ ਜਾਂਦੇ ਸਾਰੇ ਜਿਹੜੇ ਟੁੱਟ ਜਾਂਦੇ ਨੇ। ਬਈ ਇੱਕ ਗੁਰੂ ਹੀ ਇੱਥੇ ਵੀ ਸਾਡਾ ਸਹਾਰਾ ਹੈ, ਅੱਗੇ ਵੀ ਉਹੀ ਸਹਾਰਾ ਹੈ। ਬਸ ਉਸ ਗੁਰੂ ਦਾ ਮਾਣ ਜਿਹੜਾ ਹਮੇਸ਼ਾ ਬਣਿਆ ਰਵੇ, ਹਮੇਸ਼ਾ ਮਨ ਦੇ ਵਿੱਚ ਇਹ ਭਰੋਸਾ ਬਣਿਆ ਰਵੇ ਕਿ ਗੁਰੂ ਜਿਹਾ ਨਾ ਹੀ ਕੋਈ ਦੇ, ਗੁਰੂ ਵਰਗਾ ਗੁਰੂ ਹੀ ਹੈ, ਹੋਰ ਕੋਈ ਨਹੀਂ ਹੈ। ਜਦੋਂ ਇਹ ਸਾਡੇ ਮਨ ਦੇ ਵਿੱਚ ਆਏਗਾ ਤੇ ਫਿਰ ਜਿਹੜੀ ਗੱਲ ਬਣੇਗੀ। ਬਾਕੀ ਮੈਂ ਇਹ ਵੀ ਜ਼ਰੂਰ ਕਹਿਣਾ ਹੁੰਦਾ, ਕਈ ਵਾਰੀ ਜਿਸ ਤਰ੍ਹਾਂ ਅੱਜ ਵੀ ਜਿਹੜੇ ਬੱਚੇ ਦਾ ਫੋਨ, ਮੈਂ ਉਹਦੇ ਨਾਲ ਵੀ ਇਹੋ ਗੱਲ ਕਰ ਰਿਹਾ ਸੀ। ਮੈਂ ਕਿਹਾ ਬੇਟੇ ਕਿਤੇ ਲੱਗ ਜਾਓ, ਇਹ ਜਿਹੜੀ ਸਤਸੰਗ ਦੇ ਵਚਨ ਹੋ ਰਹੇ ਨੇ ਇਹ ਕੋਈ ਇਸ ਕਰਕੇ ਨਹੀਂ, ਇਹ ਸਾਰੇ ਸੰਸਾਰ ਵਾਸਤੇ ਹੀ ਨੇ। ਗੁਰੂ ਦੇ ਬਚਨ ਜਿਹੜੇ ਨੇ, ਜੋ ਗੁਰੂ ਨੇ ਫਰਮਾਇਆ ਹੈ ਉਹ ਹਰ ਇੱਕ ਵਾਸਤੇ, ਕੋਈ ਸਿੱਖ ਆ, ਕੋਈ ਹਿੰਦੂ ਆ, ਕੋਈ ਮੁਸਲਮਾਨ ਹੈ, ਕੋਈ ਈਸਾਈ ਹੈ, ਕੋਈ ਵੀ ਕਿਤੇ ਵੀ ਯਹੂਦੀ ਹੈ, ਜਿਹੜਾ ਮਰਜ਼ੀ ਹੈ, ਸਾਰਿਆਂ ਦੇ ਉੱਤੇ ਆ ਰਹੇ ਨੇ। ਉਸ ਚੀਜ਼ ਤੇ ਮਾਣ ਕਰੇ ਉਹ ਬੰਦਾ। ਸਾਡਾ ਕੋਈ ਬਣ ਤੇ ਜਾਵੇ, ਕੋਈ ਗੁਰੂ ਹੋਵੇ ਤੇ ਸਹੀ, ਸਾਡਾ ਮਨ ਦੇ ਵਿੱਚ ਐਸਾ ਵਿਚਾਰ ਹਮੇਸ਼ਾ ਬਣਿਆ ਰਵੇ ਕਿ ਬਈ ਗੁਰੂ ਦਾ ਪਹਿਲਾਂ ਗੁਰੂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ, ਗੁਰੂ ਕੀ ਹੈ, ਫਿਰ ਹੀ ਅਸੀਂ ਗੁਰੂ ਦੇ ਬਚਨ ਤੇ ਚੱਲਾਂਗੇ। ਜਦੋਂ ਸਾਨੂੰ ਪਤਾ ਹੀ ਨਹੀਂ ਅਜੇ ਕੁਝ ਵੀ ਲੱਗ ਰਿਹਾ ਤੇ ਅਸੀਂ ਉਹੀ ਗੱਲ ਕਿ ਜੇ ਕਹਿੰਦੇ ਆ ਕਿ ਬਸ ਹਰ ਥਾਂ ਤੇ ਹੀ ਜਿਸ ਤਰ੍ਹਾਂ ਕਹਿੰਦੇ ਜਿਨ ਲਾਇਆ ਗੱਲੀ ਉਹਦੇ ਨਾਲ ਉੱਠ ਚੱਲੀ। ਕਿਉਂਕਿ ਬਾਰ-ਬਾਰ ਗੱਲਾਂ ਸਮਝਾਉਣ ਦੇ ਉੱਤੇ ਵੀ ਕਈ ਉਹ ਨਹੀਂ ਸਾਡਾ ਮਨ ਉਸ ਚੀਜ਼ ਤੇ ਮੰਨਦਾ, ਕਿਉਂਕਿ ਗੱਲ ਉਹੀ ਹੈ ਸਾਰੀ ਕਿ ਸਾਨੂੰ ਉਹ ਜਿਹੜਾ ਪਿਆਰ, ਭਰੋਸਾ ਜਾਂ ਡਰ ਜਿਹੜਾ ਆ ਉਹ ਚੀਜ਼ਾਂ ਨਹੀਂ ਚੱਲ ਰਹੀਆਂ ਸਾਰੀਆਂ। ਹਰ ਇੱਕ ਬੰਦਾ ਜਿਹੜਾ ਆਪਣਾ ਮਨ ਦੇ ਢੇਕੇ ਚੜਿਆ ਬਸ ਕਿ ਨਹੀਂ ਜੀ ਜੋ ਉਹਦਾ ਮਨ ਕਹਿੰਦਾ ਹੈ, ਜੇ ਉਹ ਕਹਿੰਦਾ ਕਿ ਨਹੀਂ ਇੱਦਾਂ ਨਹੀਂ ਠੀਕ, ਇੱਦਾਂ ਠੀਕ, ਉਹ ਕਹਿੰਦਾ ਚੱਲ ਇੱਦਾਂ ਹੀ ਠੀਕ ਹੈ। ਇਹ ਨਹੀਂ ਦੇਖਦਾ ਕਿ ਬਈ ਗੁਰੂ ਦੇ ਬਚਨਾਂ ਦੇ ਨਾਲ ਮੇਰੀ ਮਨ ਮੇਲ ਦੀ ਗੱਲ ਮੇਲ ਖਾ ਰਹੀ ਹੈ। ਜੇ ਤੇ ਮੇਲ ਖਾ ਰਹੀ, ਭਾਵੇਂ ਉਹ ਸਾਡੇ ਦੁਸ਼ਮਣ ਦੀ ਵੀ ਗੱਲ ਜੇ ਗੁਰੂ ਦੇ ਬਚਨ ਨਾਲ ਮੇਲ ਖਾ ਰਹੀ ਹੈ ਨਾ, ਮੰਨ ਲਓ ਜੇ ਦੁਸ਼ਮਣ ਦੀ ਵੀ ਕੋਈ ਗੱਲ ਮੇਲ ਖਾ ਰਹੀ ਹੈ। ਪਰ ਜੇ ਤੁਹਾਡੇ ਆਪਣੇ ਦੇ ਵੀ ਕਿਸੇ ਦੀ ਗੱਲ ਗੁਰੂ ਦੇ ਬਚਨਾਂ ਨਾਲ ਮੇਲ ਨਹੀਂ ਖਾ ਰਹੀ ਤਾਂ ਉਹਨੂੰ ਛੱਡ ਦਿਓ ਬਸ। ਜਦੋਂ ਸਾਨੂੰ ਇਹਨਾਂ ਸਮਝ ਆ ਗਈ ਤੇ ਫਿਰ ਬਈ ਆਪਣੇ ਆਪ ਨੂੰ ਅਸੀਂ ਸਤਿਗੁਰਾਂ ਦੇ ਘਰ 'ਚ ਸਮਝੀਏ ਮੁਕਤੀ ਮੁਕਤ ਹੈ। ਤੇ ਬਈ ਇਸ ਕਰਕੇ ਹਮੇਸ਼ਾ ਥੋੜ੍ਹੀ ਇਹ ਨਹੀਂ ਕਿ ਥੋੜ੍ਹੀ ਦੇਰ ਵਾਸਤੇ, ਜਿੰਨੀ ਦੇਰ ਜਿਸ ਤਰ੍ਹਾਂ ਕੱਲ੍ਹ ਵੀ ਬੱਚੇ ਕਹਿ ਰਹੇ ਸੀ ਕਿ ਜਿੰਨੀ ਦੇਰ ਤੇ ਉੱਥੇ ਬੈਠੇ ਹੁੰਦੇ ਆ ਉਨੀ ਦੇਰ ਤੇ ਬੜਾ ਅਸਰ ਰਹਿੰਦਾ ਹੈ, ਪਰ ਉਸ ਤੋਂ ਬਾਹਰ ਨਿਕਲਦਿਆਂ ਸਾਰੇ ਫਿਰ ਉਹੀ ਰੰਗ ਜਿਹੜੇ ਚੱਲਣ ਲੱਗ ਪੈਂਦੇ ਨੇ। ਇਹ ਰੰਗ ਕਿਹਦੇ ਚੱਲਣ ਲੱਗ ਪੈਂਦੇ ਨੇ? ਇੱਕ ਜਿਹੜਾ ਮਨਮੁਖ ਦੇ, ਜਿਹੜਾ ਆਪਣੇ ਮਨ ਦੀਆਂ ਖੁਸ਼ੀਆਂ ਵਾਸਤੇ ਕਰ ਰਿਹਾ ਸਭ ਕੁਛ, ਜਿਹੜਾ ਗੁਰਮੁਖ ਜਿਹੜਾ ਗੁਰੂ ਦੀ ਖੁਸ਼ੀ ਵਾਸਤੇ ਕਰ ਰਿਹਾ ਹੈ, ਉਹਦੇ ਵਾਸਤੇ ਨਹੀਂ ਹੈ। ਫਿਰ ਉਹਦੇ ਬਈ ਫਿਰ ਪਲ ਪਲ ਵੇਖਦਾ ਹੈ ਕਿ ਬਈ ਕਿਸੇ ਤਰ੍ਹਾਂ ਵੀ, ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਫਰਮਾਇਆ ਸੀ, ਸੁਹਾਗਣਾ ਤੇ ਪਹੁੰਚੇ ਚੁੱਕ ਚੁੱਕ ਤੁਰਦੀਆਂ ਨੇ, ਕੋਈ ਕਾਲਮਾ ਨਾ ਲੱਗ ਜਾਵੇ। ਧਿਆਨ ਹੁੰਦਾ ਕਿ ਬਈ ਕਿਸੇ ਤਰ੍ਹਾਂ ਦੀ ਕੋਈ ਕਾਲਖ ਨਾ ਲੱਗੇ, ਫਿਰ ਉਹ ਬਈ ਧਿਆਨ ਰੱਖਣਾ ਪੈਂਦਾ ਹੈ। ਜੇ ਅਸੀਂ ਆਪਣਾ ਧਿਆਨ ਆਪ ਨਹੀਂ ਰੱਖਿਆ, ਕੋਈ ਨਹੀਂ, ਜਿੱਥੇ ਮਰਜ਼ੀ ਬਹਿ ਗਏ, ਜਿੱਥੇ ਮਰਜ਼ੀ, ਇਹਦਾ ਮਤਲਬ ਸਾਨੂੰ ਪਰਵਾਹ ਨਹੀਂ ਉਸ ਚੀਜ਼ ਦੀ। ਤੇ ਸਤਿਗੁਰ ਦੀ ਕਿਰਪਾ ਕਰਨ, ਸਾਨੂੰ ਸੱਚੀ ਗੁਰਭਗਤੀ ਬਖਸ਼ਣ, ਸੱਚੀ ਜਿਹੜੀ ਹੈ ਭਗਤੀ ਬਖਸ਼ਣ, ਸਾਨੂੰ ਸੱਚਾ ਪਿਆਰ ਬਖਸ਼ਣ। ਕਿਉਂਕਿ ਜਿਹੜਾ ਮੈਂ ਬਾਰ-ਬਾਰ ਕਹਿੰਦਾ ਹੈ ਕਿ ਬਈ ਦੇਖੋ ਹਰ ਇੱਕ ਟਾਈਮ ਜਿਹੜਾ ਚੱਲੀ ਜਾ ਰਿਹਾ, ਰੋਜ਼ ਅਸੀਂ ਸੁਣਦੇ ਹਾਂ ਕੁਛ ਨਾ ਕੁਛ ਇੱਧਰ ਦੀਆਂ ਗੱਲਾਂ, ਉਹਦੇ ਮਨ ਡਰਦਾ ਹੈ, ਮਨ ਘਬਰਾਉਂਦਾ ਹੈ, ਕੁਛ ਆ। ਪਰ ਜਦੋਂ ਗੁਰੂ ਦਾ ਆਸਰਾ ਅੰਦਰ ਆ ਗਿਆ, ਕੋਈ ਡਰ ਨਹੀਂ, ਸਭ ਡਰ ਡਰ ਬਾਹਰ ਨਿਕਲ ਜਾਣਗੇ, ਭੱਜ ਜਾਣਗੇ। ਕਿਸੇ ਤਰ੍ਹਾਂ ਦੇ ਵੀ ਹੈ, ਜਿਹੜੇ ਬਾਹਰ ਦੇ ਵੀ ਛੋਟੇ ਮੋਟੇ ਵੀ ਡਰ ਆ, ਬਦਨਾਮੀ ਦੇ, ਆਹ ਚੀਜ਼ ਦੇ, ਫਲਾਣਾ ਕਹਿ ਦੂ, ਢਿੰਗੜਾ ਕਹਿ ਦੇਗਾ, ਉਹ ਗੱਲ ਕਰ ਦੇਗਾ। ਬਈ ਫਿਰ ਜੇ ਗੁਰੂ ਦੀ ਮਰਜ਼ੀ ਹੈ ਤਾਂ ਕੋਈ ਰੋਕ ਲੇਗਾ ਕਿਸੇ ਚੀਜ਼ ਨੂੰ? ਜੇ ਗੁਰੂ ਬਚਾਉਣ ਵਾਲਾ ਹੈ ਤੇ ਕੋਈ ਮਾਰ ਨਹੀਂ ਸਕਦਾ, ਤੇ ਜੇ ਗੁਰੂ ਦੀ ਕੋਈ ਮੌਜ ਐਸੀ ਹੈ ਤੇ ਫਿਰ ਭਾਵੇਂ ਜਿੰਨੇ ਮਰਜ਼ੀ ਸਾਡੇ ਸਾਥੀ ਹੋਣ, ਫਿਰ ਕੋਈ ਬਚਾ ਨਹੀਂ ਸਕਦਾ। ਇਸ ਕਰਕੇ ਹਮੇਸ਼ਾ ਹੀ ਉਸ ਗੁਰੂ ਦਾ ਆਸਰਾ ਲਈਏ ਤੇ ਬਈ ਗੁਰੂ ਦੇ ਬਚਨਾਂ ਦੇ ਉਹਦੇ ਹੇਠਾਂ ਚੱਲਣਾ ਸ਼ੁਰੂ ਕਰੀਏ। ਸਤਿਗੁਰ ਦਇਆ ਕਿਰਪਾ ਕਰਨਗੇ, ਪਤਾ ਲੱਗੇਗਾ ਜੀਵਨ ਦਾ। ਰਾਧਾ ਸੁਆਮੀ ਜੀ, ਰਾਧਾ ਸੁਆਮੀ।